about witchcraft and occult arts. और ਅੱਜ ਮੈਂ ਜਾਦੂ ਟੂਣੇ ਉੱਤੇ ਤੇ ਜਿਹੜੀਆਂ ਮਤਲਬ ਸ਼ੈਤਾਨੀ ਵੇਦੀਆਂ ਉਹਨਾਂ ਉੱਤੇ ਕਿੱਦਾਂ ਫਤਿਹ ਪਾਉਣੀ ਆ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਆ। Last 2 days I was in my room, और ਪਿਛਲੇ 2 ਦਿਨ ਪਹਿਲਾਂ ਕਹਿੰਦੇ ਮੈਂ ਆਪਣੇ ਕਮਰੇ 'ਚ and ਸੀ, as I was sleeping, ਜਿੱਦਾਂ ਇਹ ਸੁੱਤੇ ਹੋਏ ਸੀ I saw a woman entering in my room. ਕਹਿੰਦੇ ਮੈਂ ਦੇਖਿਆ ਉਹ ਔਰਤ ਮੇਰੇ ਕਮਰੇ 'ਚ ਆ ਰਹੀ ਆ She came to give me a warning. ਔਰ ਉਹ ਇਹਨਾਂ ਨੂੰ ਚੇਤਾਵਨੀ ਦੇ ਰਹੀ ਸੀ She told me, I don't like what you are doing. ਔਰ ਉਹਨੇ ਕਿਹਾ ਮੈਨੂੰ ਨਹੀਂ ਪਸੰਦ ਜੋ ਤੂੰ ਕਰ ਰਿਹਾ ਹੈ ਕੰਮ, You are releasing my people. ਔਰ ਕਹਿੰਦੀ ਤੂੰ ਤਾਂ ਮੇਰੇ ਲੋਕਾਂ ਨੂੰ ਆਜ਼ਾਦ ਕਰ ਰਿਹਾ ਆ, I don't like you. ਮੈਨੂੰ ਨਹੀਂ ਕਹਿੰਦੀ ਤੂੰ ਪਸੰਦ। And she came with many people who wears military clothes. who was They are military clothes. okay ਤੇ ਉਹ ਕਹਿੰਦੀ ਕਈ ਜਣਿਆਂ ਨੂੰ ਆਪਣੇ ਨਾਲ ਲੈ ਕੇ ਇਹਨਾਂ ਨੇ ਮਤਲਬ ਇਦਾਂ And they came ਵਰਦੀ to ਜਿਹੀ ਪਾਈ ਹੋਈ ਸੀਗੀ Brother Ravi house. ਤੇ ਉਹ ਕਹਿੰਦੇ ਭਰਾ ਰਵੀ ਦੇ ਘਰ ਚ ਆਏ And it was like, we are in the room, we have a big bed, ਔਰ ਕਹਿੰਦੇ ਅਸੀਂ ਕਮਰੇ 'ਚ ਸੀ, ਇੱਕ ਬੜਾ ਵੱਡਾ ਬਿਸਤਰਾ ਸੀ, big mattress. ਵੱਡਾ ਮਤਲਬ ਇੱਕ ਗੱਦਾ ਸੀ ਵਿਛਿਆ ਹੋਇਆ, And like the woman also was in the room. ਤੇ ਉਹ ਔਰਤ ਵੀ ਜਿਹੜੀ ਸੀ ਉਸ ਮਤਲਬ ਕਮਰੇ 'ਚ ਸੀ। She made call people to come to fight us. ਤੇ ਉਹ ਕਹਿੰਦੀ ਉਹ ਮਤਲਬ ਉਹਨਾਂ ਲੋਕਾਂ ਨੂੰ ਬੁਲਾ ਰਹੀ ਸੀ ਕਿ ਇਹਨਾਂ ਦੇ ਨਾਲ ਲੜਨ ਦੇ ਲਈ। So they came, ਔਰ ਉਹ ਆਏ, they have sticks, ਔਰ ਉਹਨਾਂ ਕੋਲ ਡੰਡੇ ਸੀ, they have guns, ਉਹਨਾਂ ਕੋਲ ਮਤਲਬ ਗਨ ਸੀਗੀ arrows. ਔਰ Yeah. ਤੀਰ ਸੀਗੇ। So they are looking for Brother Ravi, ਤੇ ਉਹ ਰਵੀ ਭਾਜੀ ਵੱਲ ਦੇਖ ਰਹੇ ਸੀ because he's the one who got me in his house. ਤੇ ਕਿਉਂਕਿ ਰਵੀ ਭਾਜੀ ਨੇ ਆਪਣਾ ਘਰ ਇਹਨਾਂ ਨੂੰ ਦਿੱਤਾ ਰਹਿਣ ਲਈ, So they were very angry. ਬੜਾ ਗੁੱਸਾ ਚੜਿਆ ਹੋਇਆ ਸੀ ਉਹਨਾਂ ਨੂੰ। So I and Brother Ravi, like Brother Ravi, they caught him and put him somewhere. ਤੇ ਉਹਨਾਂ ਨੇ ਜਿੱਦਾਂ ਇਹਨਾਂ ਨੇ ਆਪਣੇ ਸੁਪਨੇ 'ਚ ਦੇਖਿਆ ਕਿ ਰਵੀ ਭਾਜੀ ਨੂੰ ਉਹਨਾਂ ਨੇ ਫੜ ਕੇ ਉਹਨਾਂ ਨੂੰ ਕਿਤੇ ਰੱਖ ਦਿੱਤਾ। So I wear my clothes, military clothes, ਤੇ ਕਹਿੰਦੇ ਫਿਰ ਮੈਂ ਆਪਣੀ ਫੌਜੀ ਵਾਲੇ ਕੱਪੜੇ ਵਰਦੀ ਪਾਈ, like a commando, ਇੱਕ ਮਤਲਬ ਇੱਕ ਜਿਹੜਾ ਕਮਾਂਡਰ ਦੀ ਤਰ੍ਹਾਂ, and I went to the place. ਔਰ ਮੈਂ ਕਹਿੰਦੇ ਆਪਣੀ ਜਗ੍ਹਾ ਤੇ ਗਿਆ। I escaped all the trap in the place. ਤੇ ਉੱਥੇ ਜਿੰਨੇ ਵੀ ਲੋਕ ਬਚੇ ਹੋਏ ਸੀ ਮੈਂ ਉਹਨਾਂ ਬੰਦੂਆਂ ਨੂੰ ਛੁਡਾਇਆ। I took him, ਤੇ ਕਹਿੰਦੇ ਮੈਂ ਇਹਨਾਂ ਨੂੰ ਛੁਡਾਇਆ I put him in my shoulder, ਤੇ ਮੈਂ ਕਹਿੰਦੇ ਇਹਨਾਂ ਨੂੰ ਆਪਣੇ ਮੋਢੇ ਤੇ ਰੱਖਿਆ and we escaped. ਤੇ ਅਸੀਂ ਸਾਰੇ ਕਹਿੰਦੇ ਉੱਥੋਂ ਛੁੱਟ ਗਏ, ਆਜ਼ਾਦ ਹੋ ਗਏ। So I came in his house to hide him. ਤੇ I had him in his house. ਤੇ ਕਹਿੰਦੇ ਮੈਂ ਇਹਨਾਂ ਦੇ ਘਰ ਵਿੱਚ ਛੁਪਿਆ ਹੋਇਆ ਸੀ। So in ਛੁਪਾਇਆ ਹਾਂਜੀ the house of my brother, there was like in the wall there is secret room. ਓਕੇ ਕਹਿੰਦੇ ਉਸ ਘਰ ਦੇ ਵਿੱਚ ਮਤਲਬ ਮੈਂ ਦੇਖਿਆ ਇੱਕ ਸੀਕ੍ਰੇਟ ਰੂਮ ਸੀਗਾ ਤੇ ਉੱਥੇ ਮੈਂ ਇਹਨਾਂ ਨੂੰ ਛੁਪਾਤਾ ਰਵੀ ਭਾਜੀ ਨੂੰ। So I took him and I put him in the secret room. ਕਹਿੰਦੇ ਮੈਂ ਉਸ ਸੀਕ੍ਰੇਟ ਕਮਰੇ ਵਿੱਚ ਮੈਂ ਉਹਨਾਂ ਨੂੰ ਪਾ ਦਿੱਤਾ, And the ਲੁਕੋਤਾ। militaries came to the room. ਔਰ ਉਹ ਜਿਹੜੀ ਫੌਜ ਆ ਉਸ ਕਮਰੇ ਚ ਆਉਂਦੀ ਆ, I was there. ਮੈਂ ਉੱਥੇ ਹੁੰਨਾ ਆ They didn't see me. ਤੇ ਕਹਿੰਦੇ ਉਹਨਾਂ ਨੇ ਮੈਨੂੰ ਨਹੀਂ ਦੇਖਿਆ। But with the woman, they were looking for us. They were checking in the house. ਕਹਿੰਦੇ ਉਹ ਔਰਤ ਤੇ ਉਹਦੇ ਨਾਲ ਜਿੰਨੇ ਸੀਗੇ ਨਾ ਉਹਦੇ ਬੰਦੇ ਉਹ ਸਾਰੇ ਲੱਭ ਰਹੇ ਸੀ ਕਹਿੰਦੇ ਸਾਨੂੰ। So they came to meet the woman ਤੇ ਉਹ ਔਰਤ ਨੂੰ ਮਿਲਦੇ ਆ, ਕਹਿੰਦੇ ਆ and they say, you lied on us. ਝੂਠ ਬੋਲਿਆ। She's lies. ਉਹ ਕਹਿੰਦੇ ਤੂੰ ਸਾਨੂੰ ਝੂਠ ਬੋਲਿਆ। So they went back. ਤੇ ਉਹ ਵਾਪਸ ਚਲ ਜਾਂਦੇ ਆ And the woman came. ਅਤੇ ਔਰਤ ਆਉਂਦੀ ਆ, She entered in the room ਔਰਤ ਨਾ ਕਮਰੇ 'ਚ ਵੜਦੀ and she ਆ was looking, and she saw me. ਔਰ ਉਹ ਏਦਾਂ ਦੇਖਦੀ ਆ, ਲੱਭਦੀ ਆ ਤੇ ਉਹ ਦੇਖਦੀ Hey! ਉਹ ਕਹਿੰਦੀ ਹੈ This man came here and they didn't see you. ਉਹ ਕਹਿੰਦੀ ਇਹਨਾਂ ਨੇ ਤੈਨੂੰ ਲੱਭਿਆ, ਤੈਨੂੰ ਲੱਭੇ ਨਹੀਂ, ਉਹਨਾਂ ਨੇ
ਲੱਭ ਨਹੀਂ ਸਕੇ ਤੈਨੂੰ। So I say, you woman. ਮੈਂ ਕਹਿੰਦਾ ਹੈ ਔਰਤ, I start to fight the woman. ਤਾਂ ਮੈਂ ਉਹਨਾਂ ਲੜਨਾ ਸ਼ੁਰੂ ਕਰ ਦਿੰਦਾ ਉਸ ਔਰਤ ਨਾਲ। We fought. ਔਰ ਅਸੀਂ ਕਹਿੰਦੇ ਲੜਦੇ ਆ And she ran away. ਤੇ ਉਹ ਭੱਜ ਜਾਂਦੀ ਆ। And I removed my brother in the wall, ਤੇ the secret place. ਕਹਿੰਦੇ ਮੈਂ ਫਿਰ ਉਸ ਕਮਰੇ ਚੋਂ, ਸੀਕ੍ਰੇਟ ਕਮਰੇ ਚੋਂ ਆਪਣੇ ਭਰਾ ਨੂੰ ਕੱਢਦਾ ਰਵੀ। He went and I wake up. ਔਰ ਕਹਿੰਦੇ ਕਿ ਉਹ ਚਲੇ ਗਏ ਤੇ ਕਹਿੰਦੇ ਫਿਰ ਮੈਨੂੰ ਜਾਗ ਆ ਗਈ। So when I wake up, ਜਦੋਂ ਮੈਂ ਕਹਿੰਦੇ ਜਾਗਿਆ, the Lord said, ਕਿ ਪ੍ਰਭੂ ਨੇ ਮੈਨੂੰ ਕਿਹਾ there is many witchcraft affairs in the church. ਕਹਿੰਦੇ ਕਿ ਕਲੀਸਿਆ ਚ ਬਹੁਤ ਜਾਦੂ ਟੂਣਾ ਹੋ ਰਿਹਾ ਆ। Many people are under attacks of witchcraft. ਔਰ ਕਈ ਲੋਕ ਜਿਹੜੇ ਆ ਜਾਦੂ ਟੂਣੇ ਚ ਫਸੇ ਹੋਏ ਆ। So this morning ਅੱਜ ਸਵੇਰ I am here ਮੈਂ ਇੱਥੇ ਹਾਂ to break the power of witchcraft. ਔਰ ਮੈਂ ਜਾਦੂ ਟੂਣੇ ਦੀ ਤਾਕਤ ਨੂੰ ਤੋੜਨ ਆਇਆ ਹਾਂ ਇਸ ਸਵੇਰ। ਹਾਲੇਲੂਇਆ, ਹਾਲੇਲੂਇਆ। This will be my duty today. ਕਿ ਇਹ ਅੱਜ ਮੇਰਾ ਕਰਤੱਵ ਆ। Every witchcraft power shall be broken. ਹਰ ਜਾਦੂ ਟੂਣੇ ਦੀ ਤਾਕਤ ਟੁੱਟ ਜਾਏਗੀ। ਹਾਲੇਲੂਇਆ, Yes. ਹਾਲੇਲੂਇਆ। Yes. So before I pray, ਪ੍ਰਾਰਥਨਾ ਕਰਨ ਤੋਂ ਪਹਿਲਾਂ as I sat down here, ਜਿੱਦਾਂ ਅਸੀਂ ਕਹਿੰਦੇ ਮੈਂ ਬੈਠਿਆ ਹੋਇਆ ਸੀ, the Holy Spirit told me that ਪਵਿੱਤਰ ਆਤਮਾ ਨੇ ਮੇਰੇ ਨਾਲ ਕਹਿੰਦੇ ਗੱਲ many ਕੀਤੀ। people in the church ਕਲੀਸਿਆ ਵਿੱਚ ਬਹੁਤ ਸਾਰੇ ਲੋਕ ਆ have been chased in the dream. ਕਿ ਉਹਨਾਂ ਨੂੰ ਸੁਪਨੇ ਦੇ ਵਿੱਚ ਉਹਨਾਂ ਦੇ ਪਿੱਛੇ ਕੋਈ ਪਿਆ So ਹੋਇਆ, ਉਹਨਾਂ ਦੇ ਸਾਡੇ ਸੁਪਨੇ ਹੁੰਦੇ ਆ। when you are sleeping, ਜਦੋਂ ਤੁਸੀਂ ਸੁੱਤੇ ਹੁੰਦੇ ਆ which we come to you, ਤੇ ਤੁਹਾਨੂੰ ਦੇਖਦਾ ਆ ਕਿ ਕੋਈ and they are chasing you, you will run, and fight you in the dream. ਕਿ ਕੋਈ ਤੁਹਾਡੇ ਪਿੱਛੇ ਪਿਆ ਹੋਇਆ ਹੈ ਤਾਂ ਤੁਸੀਂ ਭੱਜ ਰਹੇ ਹੋ। If you are here, it is so. Lift up your hand. I want to see you. ਜਿਹਨਾਂ ਨੂੰ ਇਦਾਂ ਦਾ ਸੁਪਨਾ ਆਉਂਦਾ ਕਿ ਤੁਸੀਂ ਸੁਪਨੇ 'ਚ ਭੱਜ ਰਹੇ You ਹੋ, have been chased in your dream. ਕਿ ਤੁਹਾਡੇ ਪਿੱਛੇ ਕੋਈ ਨਾ ਭੱਜ ਰਿਹਾ, ਤੁਸੀਂ You don't sleep well. ਤੁਹਾਨੂੰ ਨੀਂਦ ਨਹੀਂ ਆਉਂਦੀ। ਜੇ ਤੁਹਾਨੂੰ ਇਦਾਂ ਦਾ Lift ਸੁਪਨਾ up your ਆਉਂਦਾ, hand, ਆਪਣਾ please. ਹੱਥ ਚੱਕੋ ਜਿਹਨਾਂ ਨੂੰ ਇਦਾਂ ਦੇ ਸੁਪਨੇ ਆਉਂਦੇ Yes. ਕਿ ਤੁਹਾਡੇ ਪਿੱਛੇ ਕੋਈ ਭੱਜ Friend ਰਿਹਾ ਹੈ। Jesus. ਤੁਸੀਂ ਤੁਹਾਡਾ ਕੋਈ ਪਿੱਛਾ ਕਰ ਰਿਹਾ, ਤੁਸੀਂ ਭੱਜ ਰਹੇ ਹੋ। From today, ਅੱਜ ਤੋਂ the Holy Spirit will set you free. ਪਵਿੱਤਰ ਆਤਮਾ ਤੁਹਾਨੂੰ ਆਜ਼ਾਦ ਕਰੇਗਾ। ਆਮੇਨ, ਹਾਲੇਲੂਇਆ, ਹਾਲੇਲੂਇਆ। Yes. Yes. So now ਹੁਣ I want to teach you how you can escape from witchcraft power and occult attacks. ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਕਿ ਕਿੱਦਾਂ ਤੁਸੀਂ ਜਾਦੂ ਟੂਣੇ ਤੋਂ ਤੇ ਝੂਠੀਆਂ ਵੇਦੀਆਂ ਤੋਂ, ਸ਼ੈਤਾਨੀ ਵੇਦੀਆਂ ਤੋਂ ਆਜ਼ਾਦ ਹੋ ਸਕਦੇ ਹੋ। So today I will be quick. ਅੱਜ ਮੈਂ ਜਲਦੀ ਬੋਲਾਂਗਾ। So follow me quickly. ਮੈਨੂੰ ਕਹਿੰਦੇ ਜਲਦੀ ਮੇਰੇ ਵੱਲ ਸੁਣਨਾ, ਧਿਆਨ ਦੇਣਾ ਆ। Let's take some scriptures first. ਆइए ਪਹਿਲਾਂ ਅਸੀਂ ਕੁਝ ਵਚਨ ਪੜਾਂਗੇ। The first one is 1 Samuel 17 verse 47. ਪਹਿਲਾ ਸੈਮੂਅਲ 17 ਅਧਿਆਇ ਉਹਦਾ 47 ਵਚਨ। ਪਹਿਲਾ ਸੈਮੂਅਲ 17 ਅਧਿਆਇ ਉਹਦਾ 47 ਵਚਨ। So follow me. For the battle is the Lord's, ਯੁੱਧ ਜਿਹੜਾ ਉਹ ਪਰਮੇਸ਼ਰ ਦਾ ਹੈ and He will give you into our hand. ਤੇ ਉਹ ਤੁਹਾਨੂੰ ਸਾਡੇ ਹੱਥਾਂ ਵਿੱਚ ਦੇ ਦੇਵੇਗਾ। The second scriptures is Exodus 12 verse 12 and 13. Exodus. So somebody to take ਕੂਚ a 12, ਦੂਸਰਾ ਕੂਚ 12 ਵਚਨ ਤੋਂ ਲੈ ਕੇ 13 ਵਚਨ ਤੱਕ। Yes. ਕੂਚ 12 ਅਧਿਆਇ ਉਹਦਾ 12 ਤੇ 13 ਵਚਨ। ਜਲਦੀ ਨਾਲ ਪੜ੍ਹ ਦਈਏ। ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਹੀ ਲੰਘਾਗਾ ਅਤੇ ਮਿਸਰ ਦੇਸ਼ ਦੇ ਬਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ। ਔਰ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਔਰ ਤੁਹਾਡੇ ਉੱਤੇ ਕੋਈ ਗਵਾਹ। ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ
ਨਾ ਪਵੇਗੀ ਜਿਹੜੀ ਤੁਹਾਡਾ ਨਾਸ਼ ਕਰੇ। Amen. ਆਮੇਨ। So they have to keep these scriptures ਔਰ ਇਸ ਵਚਨ ਨੂੰ ਇਦਾਂ ਹੀ ਰੱਖਣਾ because the word of God is like a gun. ਕਿਉਂਕਿ ਪਰਮੇਸ਼ਰ ਦਾ ਵਚਨ ਇੱਕ ਗਨ ਦੀ ਤਰ੍ਹਾਂ ਆ। So you have to keep it. ਇਸ ਨੂੰ ਸੰਭਾਲ ਕੇ ਰੱਖਣਾ, ਇਸ ਵਚਨ ਨੂੰ ਯਾਦ ਰੱਖਣਾ ਆ। I gave you one bullet. ਮੈਂ ਤੁਹਾਨੂੰ ਇੱਕ ਗੋਲੀ ਦਿੱਤੀ ਆ। The second one, ਦੂਸਰਾ Colossians 2 verse 14 to 15. ਕੁਲਸੀਆਂ 2 ਅਧਿਆਇ ਦਾ 14 ਤੇ 15 ਵਚਨ। ਕੁਲਸੀਆਂ 2 ਅਧਿਆਇ ਦਾ 14 ਤੇ 15 ਵਚਨ। ਕੁਲਸੀਆਂ 2 ਅਧਿਆਇ 14 ਤੇ 15 ਵਚਨ। ਅਤੇ ਉਸ ਲੇਖਕ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੋਧ ਸੀ ਉਸਨੇ ਵੇਚ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕੀਲਾ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸਨੇ ਹੁਕਮਾਂ ਅਤੇ ਇਸ਼ਤਿਹਾਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਪਤਾ ਕਰਕੇ ਖੁੱਲਾ ਤਮਾਸ਼ਾ ਬਣਾਇਆ। ਹਾਲੇਲੂਇਆ। Do you have it? ਪੜ੍ਹ ਲਿਆ ਤੁਸੀਂ ਇਸ ਨੂੰ? Second bullet. ਦੂਸਰੀ ਗੋਲੀ ਇਹ ਆ। The third one, ਤੀਸਰੀ Numbers 23 verse 23. ਔਰ ਗਿਣਤੀਆਂ 23 ਉਹਦਾ 23 ਵਚਨ। ਗਿਣਤੀਆਂ 23 ਉਹਦਾ 23 ਵਚਨ। Read it. ਯਹੂਦ ਉੱਤੇ ਜਾਦੂ ਨਹੀਂ ਚੱਲਦਾ, ਨਾ ਇਜ਼ਰਾਈਲ ਉੱਤੇ ਫਾਲ। ਹਾਲੇਲੂਇਆ। ਹੁਣ ਯਹੂਦ ਅਤੇ ਇਜ਼ਰਾਈਲ ਵਿਖੇ ਆਖਿਆ ਜਾਵੇਗਾ, ਪਰਮੇਸ਼ਰ ਨੇ ਕੀ ਕੀਤਾ। ਹਾਲੇਲੂਇਆ। Amen. ਆਮੇਨ। Yes. So keep it. ਇਸ ਨੂੰ ਵੀ ਆਪ ਯਾਦ ਰੱਖਣਾ, ਇਸ ਵਚਨ ਨੂੰ ਵੀ। Now the last one, ਹੁਣ ਆਖਰੀ ਵਚਨ Judges 6 verse 25 to 32. ਨਿਆਂਇਆਂ 6 ਅਧਿਆਇ ਉਹਦਾ 25 ਤੋਂ ਲੈ ਕੇ 32 ਵਚਨ ਤੱਕ। ਨਿਆਂਇਆਂ 6 ਅਧਿਆਇ ਉਹਦਾ 25 ਤੋਂ ਲੈ ਕੇ 32 ਵਚਨ ਤੱਕ। So this one is very long. So ਇਹ ਲੰਬਾ ਇੱਕ ਪੈਸੇਜ ਆ let me read it. You keep it. ਔਰ ਤੁਸੀਂ ਪਰਮੇਸ਼ਰ ਦੇ ਦਾਸ ਪੜ੍ਹਨਗੇ ਤੇ ਤੁਸੀਂ ਇਸ ਨੂੰ ਸੁਣਨਾ ਆ। That night ਉਸ ਰਾਤ the Lord said to him, ਪਰਮੇਸ਼ਰ ਨੇ ਉਸ ਨੂੰ ਕਿਹਾ take your father's bull ਕਿ ਤੂੰ ਆਪਣੇ ਪਿਤਾ ਦੇ ਬਲਦਾਂ ਨੂੰ ਲੈ and the second bull, ਅਤੇ ਦੂਜਾ ਬਲਦ 7 years old, 7 ਵਰ੍ਹਿਆਂ ਦਾ ਹੈ, and pull down the altar of Baal that your father has. ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ ਦੀ ਹੈ ਢਾਹ ਸੁੱਟ ਅਤੇ ਉਹਦੇ ਕੋਲ ਉਹਦਾ ਟੁੰਡ ਵੱਢ ਸੁੱਟ And cut down the Asherah that is beside it, ਅਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟ and build an altar for the Lord your God. ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਜਗਵੇਦੀ ਬਣਾ on the top of the stronghold here. ਅਤੇ ਉਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਜਗਵੇਦੀ ਬਣਾ With stones laid in due order. ਅਤੇ ਦੂਜੇ ਬਲਦ ਨੂੰ ਲੈ ਕੇ ਉਸ ਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹਨੂੰ ਤੂੰ ਵੱਢ ਸੁੱਟੇਗਾ ਹੋਮ ਚੜਾ। Then take the second bull and offer it as a burnt offering with the wood of the Asherah that you shall cut down. ਅਤੇ ਦੂਜੇ ਬਲਦ ਨੂੰ ਲੈ ਕੇ ਉਹਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹਨੂੰ ਤੂੰ ਵੱਢ ਸੁੱਟੇਗਾ ਹੋਮ ਚੜਾ। So Gideon took 10 men of his servants and did as the Lord had told him. ਤਾਂ ਗਿਦਿਓਨ ਨੇ ਆਪਣੇ ਟਹਿਲੂਆਂ ਵਿੱਚੋਂ 10 ਜਣੇ ਲਏ ਅਤੇ ਜਿਹੜਾ ਯਹੋਵਾ ਨੇ ਉਹਨੂੰ ਆਖਿਆ ਸੀ ਤਿਹਾ ਹੀ ਕੀਤਾ। But because he was too afraid of his family and the men of town to do it by day, he did it by night. ਇਸ ਕਰਕੇ ਜੋ ਉਹ ਇੱਕ ਕੰਮ ਦਿਨੇ ਕਰਨ ਵਿੱਚ ਆਪਣੇ ਪਿਓ ਦੇ ਘਰਾੜੇ ਔਰ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ ਸੋ ਉਸਨੇ ਰਾਤੀ ਕੀਤਾ।
When the men of the town rose early in the morning, behold, the altar of Baal was broken down, and the Asherah beside it was cut down, and the second bull was offered on the altar that had been built. जब शहर के लोग तड़के उठे तब देखो बाल की जगवेदी ढकी पई सी अते उस दे कोल दा टुंड वड्डिया पिया सी अते उस जगवेदी उत्ते जो बनाई गई सी दूजा बलद चढ़ाया होया सी। And they said to one another, who has done these things? And after they had searched and inquired, they said, Gideon, the son of Joash, has done these things. ਤਾਂ ਉਹਨਾਂ ਨੇ ਆਪੋ ਵਿੱਚ ਆਖਿਆ ਭਈ ਇਹ ਕੰਮ ਕਿਸ ਨੇ ਕੀਤਾ ਹੈ ਜਾਂ ਉਹਨਾਂ ਨੇ ਭਾਲ ਢੂੰਡ ਅਤੇ ਪੁੱਛ ਕੀਤੀ ਤਾਂ ਲੋਕਾਂ ਨੇ ਆਖਿਆ ਯੋਆਸ਼ ਦੇ ਪੁੱਤਰ ਗਿਦਿਓਨ ਨੇ ਇਹ ਕੰਮ ਕੀਤਾ ਹੈ। Then the men of the town said ਤਾਂ to Joash, ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਆਖਿਆ bring out your son that he may die, for he has broken down the altar of Baal and cut down the Asherah beside it. ਉਹਨਾਂ ਨੇ ਆਖਿਆ ਆਪਣੇ ਪੁੱਤਰ ਨੂੰ ਕੱਢ ਲਿਆ ਤਾਂ ਜੋ ਮਾਰਿਆ ਜਾਵੇ ਕਿਉਂ ਜੋ ਉਹਨੇ ਬਾਲ ਦੀ ਜਗਵੇਦੀ ਢਾਈ ਹੈ ਅਤੇ ਉਹਦੇ ਕੋਲ ਦੇ ਟੁੰਡ ਨੂੰ ਵੱਢ ਸੁੱਟਿਆ ਹੈ। But Joash said ਤੇ ਯੋਆਸ਼ ਨੇ ਆਖਿਆ to all who stood against him, will you contend for Baal or will you save him? Whoever contends for him shall be put to death by morning. ਤਾਂ ਯੋਆਸ਼ ਨੇ ਉਹਨਾਂ ਸਭਨਾ ਲੋਕਾਂ ਨੂੰ ਜੋ ਦੇ ਸਾਹਮਣੇ ਖਲੋਤੇ ਸਨ ਆਖਿਆ ਭਲਾ ਤੁਸੀਂ ਬਾਲ ਦੇ ਲਈ ਝਗੜਾ ਚੁੱਕਦੇ ਹੋ ਅਤੇ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ ਜਿਹੜਾ ਉਹਦੇ ਲਈ ਝਗੜਾ ਚੁੱਕੇ ਸੋ ਅੱਜ ਪਲਕ ਵੱਢਿਆ ਜਾਵੇ। Therefore, on that day, Gideon was called Jerubbaal, that is to say, let Baal contend against him because he broke down his altar. ਇਸ ਲਈ ਉਸ ਨੇ ਉਸ ਦਿਨ ਤੋਂ ਉਸ ਦਾ ਨਾਮ ਯਰੂਬਾਬੇਲ ਧਰਿਆ ਅਤੇ ਆਖਿਆ ਭਲਾ ਉਹਦੇ ਨਾਲ ਬਾਲ ਆਪ ਹੀ ਝਗੜਾ ਕਰੇ ਕਿਉਂ ਜੋ ਉਹਦੀ ਜਗਵੇਦੀ ਉਹਨੇ ਢਾਹ ਸੁੱਟੀ ਹੈ। Amen. ਆਮੇਨ। So you have now many bullets in your gun ਹੁਣ ਤੁਹਾਡੀ ਬੰਦੂਕ ਵਿੱਚ ਮੈਂ ਬਹੁਤ ਸਾਰੀਆਂ ਗੋਲੀਆਂ ਦੇਤੀਆਂ ਆ because the word of God is like a bullet. ਕਿਉਂਕਿ ਪਰਮੇਸ਼ਵਰ ਦਾ ਵਚਨ ਇੱਕ ਬੰਦੂਕ ਦੀ ਗੋਲੀ ਦੀ ਤਰ੍ਹਾਂ ਹੈ You must use it to shoot ਔਰ the devil. ਤੁਹਾਨੂੰ ਇਸਤੇਮਾਲ ਉਹ ਵਚਨ ਨੂੰ ਕਰਨਾ ਚਾਹੀਦਾ ਹੈ ਸ਼ੈਤਾਨ ਨੂੰ ਸ਼ੂਟ ਕਰਨ ਦੇ ਲਈ। Hallelujah. ਹਾਲੇਲੂਇਆ। Now, ਹੁਣ understanding witchcraft and occult altars. ਔਰ ਹੁਣ ਅਸੀਂ ਕੀ ਕਰਨਾ ਅਸੀਂ ਉਸ ਜਾਦੂ ਟੂਣੇ ਨੂੰ ਤੇ ਝੂਠੀਆਂ ਵੇਦੀਆਂ ਜੋ ਆ ਉਹਨਾਂ ਨੂੰ ਸਮਝਣਾ ਆ। What is witchcraft? ਜਾਦੂ ਟੂਣਾ ਕੀ ਆ? I know that in India we know witchcraft ਔਰ ਭਾਰਤ ਚ ਸਾਨੂੰ ਜਾਦੂ ਟੂਣੇ ਬਾਰੇ ਪਤਾ ਆ because India is like Africa. ਔਰ ਇੰਡੀਆ ਵੀ ਅਫਰੀਕਾ ਦੀ ਤਰ੍ਹਾਂ ਹੀ ਆ। We have a lot of witchcraft in my country, so I know what I'm talking about. ਔਰ ਕਹਿੰਦੇ ਸਾਡੇ ਅਫਰੀਕਾ ਦੇ ਵਿੱਚ ਵੀ ਬਹੁਤ ਲੋਕ ਜਾਦੂ ਟੂਣਾ ਕਰਦੇ ਆ ਇਸ ਲਈ ਮੈਨੂੰ ਪਤਾ ਜਾਦੂ ਟੂਣਾ ਕੀ ਆ ਮੈਂ ਉਹ ਜਿਸ ਦੀ ਗੱਲ ਕਰ ਰਿਹਾ ਆ। Yes, you don't know my continent, but I know where I'm coming from. ਕਹਿੰਦੇ ਮੈਂ ਤੁਹਾਨੂੰ ਨਹੀਂ ਮੇਰੇ ਦੇਸ਼ ਦਾ ਪਤਾ ਪਰ ਮੈਨੂੰ ਪਤਾ ਆਪਣੇ ਦੇਸ਼ ਦਾ ਜਿੱਥੋਂ ਮੈਂ ਆਉਂਦਾ ਹਾਂ। So I can say that India is like Africa. ਤੇ ਕਹਿੰਦੇ ਅਫਰੀਕਾ ਵੀ ਇੰਡੀਆ ਵੀ ਅਫਰੀਕਾ ਦੀ ਤਰ੍ਹਾਂ ਹੀ ਆ। Hallelujah. ਹਾਲੇਲੂਇਆ। Amen. ਆਮੇਨ। So what is witchcraft? ਹੁਣ ਜਾਦੂ ਟੂਣਾ ਕੀ ਹੈ? Witchcraft is the use of demonic powers to influence ਔਰ ਜਾਦੂ ਟੂਣਾ ਜਿਹੜਾ ਆ ਉਹ ਸ਼ੈਤਾਨੀ ਆਤਮਾਵਾਂ ਨੂੰ ਅਸੀਂ ਇਨਸਾਨ ਇਸਤੇਮਾਲ ਕਰਦਾ ਆ ਕੁਝ ਪ੍ਰਭਾਵ ਪਾਉਣ ਦੇ ਲਈ to dominate or destroy human life. ਕਿ ਮਨੁੱਖ ਦੇ ਅਧਿਕਾਰਾਂ ਨੂੰ ਖਤਮ ਕਰਨ ਦੇ ਲਈ ਸ਼ੈਤਾਨੀ ਤਾਕਤਾਂ ਨੂੰ ਇਸਤੇਮਾਲ ਕੀਤਾ ਜਾਂਦਾ ਆ ਕਿ ਉਹ ਆ ਕੇ ਕੀ ਆ ਉੱਥੇ ਆਪਣਾ ਰਾਜ ਕਰਨ। Witchcraft is a
spiritual rebellion against God. ਔਰ ਜਿਹੜਾ ਜਾਦੂ ਟੂਣਾ ਆ ਉਹ ਆਤਮਿਕ ਵਿਰੋਧ ਹੈ ਪਰਮੇਸ਼ਰ ਦੇ ਵਿਰੋਧ ਵਿੱਚ। Where people make pacts with unclean spirits ਜਿੱਥੇ ਲੋਕ ਜਿਹੜੇ ਆ ਦੁਸ਼ਟ ਆਤਮਾ ਦੇ ਨਾਲ ਇੱਕ ਵਾਚਾ ਮੰਨਦੇ ਆ to gain false power in the invisible world, they talk about witchcraft. ਔਰ ਅਣਦੇਖਿਆ ਜਿਹੜਾ ਸੰਸਾਰ ਆ ਮਤਲਬ ਉੱਥੇ ਉਹਨਾਂ ਸ਼ਕਤੀਆਂ ਦੇ ਨਾਲ ਉਹ ਸਮਝੌਤਾ ਕਰਦੇ ਆ ਲੋਕ। 1 Samuel 15 verse 23 said, for the rebellion is a sin of witchcraft. ਔਰ ਪਹਿਲਾ ਸੈਮੂਅਲ 15 ਉਹਦਾ 23 ਵਚਨ ਲਿਖਿਆ ਆ ਕਿ ਜਿਹੜਾ ਵਿਰੋਧ ਹੈ For the rebellion is sin of witchcraft. ਜਿਹੜਾ ਪਰਮੇਸ਼ਰ ਦਾ ਵਿਰੋਧ ਕਰਦਾ ਆ ਉਹ ਜਾਦੂ ਟੂਣਾ ਹੈ। So if you are a rebel man in the church, you are a witch. ਜੇ ਤੁਸੀਂ ਚਰਚ ਦੇ ਵਿੱਚ ਵਿਰੋਧ ਕਰਦੇ ਹੋ ਕਿਸੇ ਦਾ ਇਹਦਾ ਮਤਲਬ ਤੁਸੀਂ ਇੱਕ ਜਾਦੂਗਰ ਹੋ। Do you understand what I'm saying? ਸਮਝ ਰਹੇ ਹੋ ਜੋ ਮੈਂ ਕਹਿ ਰਿਹਾ ਹਾਂ? Every man or woman who is involved in rebellion is a witch. ਹਰ ਆਦਮੀ ਜਾਂ ਔਰਤ ਜੋ ਇੱਕ ਦੂਜੇ ਦਾ ਵਿਰੋਧ ਕਰਦੇ ਆ ਉਹ ਜਾਦੂਗਰ ਹੈ। Every man or woman or children in your house who is rebel is a witch. ਔਰ ਜੋ ਕੋਈ ਵੀ ਜਿਹੜਾ ਵੀ ਆਦਮੀ ਔਰਤ ਜਾਂ ਕੋਈ ਬੱਚਾ ਜਿਹੜਾ ਵਿਰੋਧ ਚ ਚੱਲਦਾ ਆ ਉਹ ਇੱਕ ਜਾਦੂਗਰ ਦੀ ਤਰ੍ਹਾਂ ਹੁੰਦੇ ਆ। This is why in the Old Testament, when you have a child who is very, very stubborn, they will stone him and will die. ਇਸੇ ਲਈ ਪੁਰਾਣੇ ਨਿਯਮ ਚ ਜਦੋਂ ਕੋਈ ਬੱਚਾ ਬਹੁਤ ਜ਼ਿੱਦੀ ਹੁੰਦਾ ਸੀ ਨਾ ਬੜਾ ਜਿੱਦੀ ਹੁੰਦਾ ਸੀ ਜਿੱਦ ਕਰਦਾ ਹੁੰਦਾ ਸੀ ਉਹਨੂੰ ਪਥਰਾਓ ਕਰਕੇ ਮਾਰ ਦਿੰਦੇ ਸੀ। Because rebellion is a sin of witchcraft. ਕਿਉਂਕਿ ਜਿਹੜਾ ਵਿਰੋਧ ਹੈ ਉਹ ਜਾਦੂ ਕਰਨ ਵਾਲਾ ਪਾਪ ਆ। Witchcraft manifests through spiritual attacks. ਔਰ ਜਿਹੜਾ ਜਾਦੂ ਟੂਣਾ ਆ ਉਹ ਆਤਮਿਕ ਵੇਦੀ ਉੱਤੇ ਮਤਲਬ ਪ੍ਰਗਟ ਹੋ ਜਾਂਦਾ ਆ। We talk about sickness. ਜਿੱਦਾਂ ਬਿਮਾਰੀ, We talk about confusion. ਜਿੱਦਾਂ ਮਤਲਬ ਉਲਝਣਾ We talk about barrenness. ਔਰ ਜਿੱਦਾਂ ਬਾਂਝ ਹੋਣਾ We talk about repeated failures. ਔਰ ਬਾਰ-ਬਾਰ ਅਸਫਲ ਹੋ ਜਾਣਾ। So if you notice that ਜੇ ਤੁਸੀਂ you are always sick, ਜੇ ਤੁਸੀਂ ਨੋਟਿਸ ਕਰਦੇ ਹੋ ਹਮੇਸ਼ਾ ਤੁਸੀਂ ਬਿਮਾਰ ਹੀ ਰਹਿੰਦੇ ਹੋ, you go to hospital, ਤੁਸੀਂ ਹਸਪੀਟਲ ਜਾਂਦੇ ਹੋ, they will check you. ਉਹ ਤੁਹਾਨੂੰ ਟੈਸਟ ਵਗੈਰਾ ਕਰਦੇ ਆ। They can't find what is the real problem of your sickness. ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਤੁਹਾਡੀ ਬਿਮਾਰੀ ਕੀ ਆ, ਡਾਕਟਰਾਂ ਨੂੰ ਸਮਝ ਨਹੀਂ ਆਉਂਦੀ। It means that behind your sickness there is witchcraft attacks. ਇਹਦਾ ਮਤਲਬ ਤੁਹਾਡੀ ਬਿਮਾਰੀ ਦੇ ਪਿੱਛੇ ਕੋਈ ਜਾਦੂ ਟੂਣੇ ਦੀ ਆਤਮਾ ਆ। You are in your house ਤੁਸੀਂ ਆਪਣੇ ਘਰ 'ਚ ਹੁੰਦੇ ਹੋ with your husband and your children, ਤੁਸੀਂ ਆਪਣੇ ਪਤੀ ਨਾਲ ਆਪਣੇ ਬੱਚਿਆਂ ਨਾਲ ਹੁੰਦੇ ਹੋ and always you are fighting, confusion everywhere. ਔਰ ਤੁਹਾਡਾ ਹਰ ਵੇਲੇ ਲੜਾਈ ਹੁੰਦੀ ਰਹਿੰਦੀ ਆ ਤੇ ਇਹ ਕੀ ਆ ਹਮੇਸ਼ਾ ਮਤਲਬ ਇੱਕ ਲੜਾਈ ਝਗੜਾ ਜਿਹਾ ਹੁੰਦਾ ਰਹਿੰਦਾ ਆ। It means that ਇਹਦਾ ਮਤਲਬ ਹੈ there is a spirit of witchcraft who is moving in your midst. ਇਹਦਾ ਮਤਲਬ ਕੋਈ ਜਾਦੂ ਟੂਣੇ ਦੀ ਦੁਸ਼ਟ ਆਤਮਾ ਤੁਹਾਡੇ ਵਿੱਚ ਲੜਾਈ ਝਗੜਾ ਕਰਵਾ ਰਹੀ ਹੈ। Do you understand? ਸਮਝ ਰਹੇ ਹੋ ਇਸ ਗੱਲ ਨੂੰ? You don't know why you are fighting. ਤੁਹਾਨੂੰ ਨਹੀਂ ਪਤਾ ਹੁੰਦਾ ਕਿਉਂ ਤੁਸੀਂ ਲੜ ਰਹੇ, ਕੋਈ ਕਾਰਨ ਨਹੀਂ ਹੁੰਦਾ ਲੜਾਈ You ਦਾ। are tired of fighting. ਤੁਸੀਂ ਲੜ ਕੇ ਥੱਕ ਜਾਂਦੇ ਆ। Your husband will come and say, "Oh, my beloved wife, I'm sorry. Today I'm sorry. I don't know what is going on. I don't know. But tomorrow you will fight again."
ਤੁਹਾਡਾ ਪਤੀ ਤੁਹਾਡੇ ਨਾਲ ਲੜ ਕੇ ਕਹਿੰਦਾ ਆ ਮਾਫ ਕਰ ਦੇ ਮੈਨੂੰ, ਮੇਰੀ ਪਤਨੀ ਮਾਫ ਕਰ ਦੇ, ਮੈਨੂੰ ਨਹੀਂ ਪਤਾ ਕੀ ਹੋਇਆ, ਪਰ ਅਗਲੇ ਦਿਨ ਫਿਰ ਝਗੜਾ ਹੋ ਜਾਂਦਾ ਆ। Do you understand? ਸਮਝ ਰਹੇ ਹੋ ਇਸ ਗੱਲ It ਨੂੰ? means that there is a spirit of witchcraft who is moving in your life. ਇਹਦਾ ਮਤਲਬ ਕੋਈ ਜਾਦੂ ਟੂਣੇ ਦੀ ਦੁਸ਼ਟ ਆਤਮਾ ਤੁਹਾਡੇ ਵਿੱਚ ਮਤਲਬ ਤੁਹਾਡੇ ਵਿਚਕਾਰ ਕੰਮ ਕਰਦੀ ਆ, ਲੜਾਈ ਪਾਉਂਦੀ ਹੈ। You are married. ਤੁਸੀਂ ਮੈਰਿਡ ਹੋ, All your brethren and your sisters have babies. ਔਰ ਦੇਖੋ ਤੁਹਾਡਾ ਵਿਆਹ ਹੋਇਆ ਹੁੰਦਾ, ਤੁਹਾਡੇ ਭੈਣ ਭਰਾਵਾਂ ਦੇ ਸਾਰਿਆਂ ਦੇ ਬੱਚੇ They ਆ, have children. ਉਹਨਾਂ ਕੋਲ ਬੱਚੇ ਆ, You, ਪਰ ਤੁਸੀਂ anytime you got pregnant, it will fall. ਔਰ ਦੇਖੋ ਤੁਸੀਂ ਗਰਭਵਤੀ ਹੁੰਦੇ ਹੋ ਪਰ ਤੁਹਾਡਾ ਫਲ ਡਿੱਗ ਜਾਂਦਾ ਆ। And anytime you are pregnant, it will fall. ਹਰ ਵਾਰੀ ਗਰਭਵਤੀ ਹੁੰਦੇ ਹੋ ਪਰ ਤੁਹਾਡਾ ਮਤਲਬ ਬੱਚਾ ਗਿਰ ਜਾਂਦਾ ਆ। You will got pregnant 1 month, 2 months, it will fall. 1 month, 2 months, 3 months, fall. 1 month, 2 months, 3 months, 4 months, 5, fall. ਦੇਖੋ ਜਿੱਦਾਂ Even the 9 months we are waiting for the baby, you will go to deliver, and the baby is death baby. ਦੇਖੋ ਜਿੱਦਾਂ ਤੁਸੀਂ ਮਤਲਬ ਜਿੱਦਾਂ ਕੋਈ ਗਰਭਵਤੀ ਹੁੰਦਾ ਆ, ਮਤਲਬ ਪਹਿਲੇ ਮਹੀਨੇ ਜਾਓ ਖਰਾਬ ਹੋ ਜਾਂਦਾ ਬੱਚਾ, ਦੂਜੇ ਮਹੀਨੇ ਤੀਜੇ ਮਹੀਨੇ ਇੱਥੇ ਤੱਕ ਕਿ 5ਵੇਂ ਮਹੀਨੇ ਵੀ ਉਹਨਾਂ ਦਾ ਬੱਚਾ ਖਰਾਬ ਹੋ ਜਾਂਦਾ, ਇੱਥੇ ਤੱਕ ਕਿ 9ਵੇਂ ਮਹੀਨੇ ਵਿੱਚ ਜਦੋਂ ਜਨਮ ਦੇਣ ਵਾਲੇ ਹੁੰਦੇ ਆ ਫਿਰ ਵੀ ਬੱਚਿਆਂ ਨੂੰ ਨੁਕਸਾਨ ਮਰ ਜਾਂਦੇ ਆ। ਇਹਦਾ ਮਤਲਬ ਜਾਦੂ ਟੂਣੇ ਦੀ ਦੁਸ਼ਟ ਆਤਮਾ It is a work of witchcraft. ਇਹ ਜਾਦੂ ਟੂਣੇ ਦਾ ਕੰਮ ਹੈ, It is a work of witchcraft. ਇਹ ਜਾਦੂ ਟੂਣੇ ਦਾ ਕੰਮ ਹੈ। You understand? ਸਮਝ ਰਹੇ ਹੋ? There is some woman here who is facing this particular spiritual attack. ਦੇਖੋ ਇੱਥੇ ਕੁਝ ਭੈਣਾਂ ਆ ਜਿਨ੍ਹਾਂ ਦੇ ਉੱਤੇ ਇਹ ਹਮਲਾ ਹੁੰਦਾ ਆ। Always ਹਮੇਸ਼ਾ you lose your baby. ਹਮੇਸ਼ਾ ਤੁਸੀਂ ਆਪਣਾ ਬੱਚਾ ਖੋ ਦਿੰਦੇ ਹੋ। 1, ਕਿਉਂ? 2, ਪਹਿਲਾ, ਦੂਜਾ, ਤੀਜਾ, Allez, it is gone. ਪਰ ਚਲ ਜਾਂਦਾ ਬੱਚਾ। It is not your fault. It is not your fault. ਇਹ ਤੁਹਾਡੀ ਕੋਈ ਗਲਤੀ ਨਹੀਂ ਆ, It is not you. ਇਹ ਤੁਹਾਡੀ ਗਲਤੀ ਨਹੀਂ ਆ, There is a dark end behind. ਪਰ ਪਿੱਛੇ ਕੁਝ ਹੋਰ ਦੁਸ਼ਟ ਆਤਮਾ ਕੰਮ ਕਰ ਰਹੀ ਹੁੰਦੀ ਹੈ। Do you understand? ਸਮਝ ਰਹੇ ਹੋ? Yes. Today I will pray for all those who is suffering of this particular attack. ਅੱਜ ਮੈਂ ਉਹਨਾਂ ਭੈਣਾਂ ਲਈ ਦੁਆ ਕਰਾਂਗਾ ਜਿਨ੍ਹਾਂ ਨੂੰ ਇਦਾਂ ਦੇ ਹਮਲੇ ਜਿਹਨਾਂ ਤੇ ਹੁੰਦੇ ਆ। The hand of the devil shall be released Amen. from you. ਔਰ ਉਸ ਸ਼ੈਤਾਨ ਦੀ ਜਿਹੜੀ ਜੜ ਆ ਤੁਹਾਡੇ ਜੀਵਨ ਚ ਉਹ ਤੁਹਾਨੂੰ ਛੱਡ ਕੇ ਜਾਏਗੀ ਯਿਸੂ In the name of Jesus. ਮਸੀਹ ਦੇ ਨਾਮ ਚ। In the name of Jesus. ਯਿਸੂ ਮਸੀਹ ਦੇ ਨਾਮ ਚ। Some people are here ਕੁਝ ਲੋਕ ਇੱਥੇ ਆ that suffering spiritual attacks, ਉਹਨਾਂ ਨੂੰ ਉੱਤੇ ਤਾਂ ਆਤਮਿਕ ਹਮਲੇ ਹੁੰਦੇ ਆ a spirit of failure, ਔਰ ਹਮੇਸ਼ਾ ਅਸਫਲ repeated failures. ਸਫਲ ਨਹੀਂ ਹੁੰਦੇ, ਅਸਫਲ ਹੁੰਦੇ ਰਹਿੰਦੇ ਆ। You do this, ਤੁਸੀਂ ਇਹ ਕੰਮ ਕਰਦੇ ਹੋ, it collapses. ਉਹ ਕੰਮ ਖਤਮ ਹੋ ਜਾਂਦਾ ਆ। You do that, ਦੂਜਾ ਕੰਮ ਕਰਦੇ ਹੋ, collapse. ਉਹ ਵੀ ਨਹੀਂ ਬਣਦਾ। You say, this place is not good. Let me go here. You go here. ਜੇ ਤੁਸੀਂ ਸੋਚਦੇ ਮੈਂ ਇੱਥੇ ਕੰਮ ਕੀਤਾ ਇੱਥੇ ਨਹੀਂ No respect. ਦੂਜੀ ਜਗ੍ਹਾ ਤੇ ਜਾਣਾ ਸਟਾਰਟ ਕਰਦਾ ਆ, Collapse. ਉੱਥੇ ਵੀ ਤੁਹਾਡਾ ਕੰਮ ਨਹੀਂ You do another thing again. Another things again. You do another things. You say, let me change. Maybe this one is not good. Let me do other things. ਤੇ ਤੁਸੀਂ ਕੋਈ ਦੂਜਾ ਕੰਮ ਕਰਦੇ ਹੋ, ਤੁਸੀਂ ਕਹਿੰਦੇ ਚੱਲ ਆਹ ਕੰਮ ਨਹੀਂ ਚੱਲਿਆ ਮੈਂ ਦੂਜਾ ਕੰਮ ਕਰਦਾ, ਦੂਜਾ ਕੰਮ ਵੀ ਕਰਦੇ ਹੋ, ਉਹ ਵੀ ਨਹੀਂ ਚੱਲਦਾ। You saw that in this place, it will work. It will work. People need it. ਔਰ ਤੁਸੀਂ ਸੋਚਦੇ ਹੋ ਇੱਥੇ ਕੰਮ ਜ਼ਰੂਰ ਚੱਲੇਗਾ ਕਿਉਂਕਿ ਇੱਥੇ ਕੰਮ ਨਹੀਂ ਆ, ਇੱਥੇ ਲੋਕਾਂ ਨੂੰ ਲੋੜ ਇਸ ਕੰਮ ਦੀ, ਇੱਥੇ ਜ਼ਰੂਰ ਇਹ ਕੰਮ ਚੱਲੂਗਾ। So you go and borrow money. You go and seek for money, and you come. You restart again. ਔਰ ਤੁਸੀਂ ਲੋਕਾਂ ਕੋਲ ਜਾ ਕੇ ਪੈਸਾ ਉਧਾਰ ਮੰਗਦੇ ਹੋ ਕਿ ਤੁਸੀਂ ਕੰਮ ਸ਼ੁਰੂ ਕਰੋ, ਤੁਸੀਂ ਫੇਰ ਕੰਮ ਸ਼ੁਰੂ ਕਰਦੇ ਹੋ। When people will come and taste your things, they say, "Oh, it is good. Oh, very powerful. Oh, this one.
yourself that it will work. ਔਰ ਜੋ ਲੋਕ ਮਤਲਬ ਤੁਹਾਡੇ ਤੋਂ ਸਮਾਨ ਖਰੀਦਦੇ ਆ ਕੇ ਉਹ ਕਹਿੰਦੇ ਤੁਹਾਡਾ ਸਮਾਨ ਵਧੀਆ, ਤੁਹਾਨੂੰ ਲੱਗਦਾ ਹੁਣ ਮੇਰਾ ਕੰਮ ਚੱਲ ਜਾਊਗਾ, ਵਧੀਆ ਚੱਲੂਗਾ ਮੇਰਾ You ਕੰਮ। start 1 month, 1 ਮਹੀਨਾ ਚੱਲ 2 ਜਾਊਗਾ, months, 2 ਮਹੀਨੇ ਚੱਲਦੇ ਆ, maybe 3 months. 3 ਮਹੀਨੇ ਤੱਕ ਕੰਮ Or you see ਚੱਲਦਾ that things is working, it's working, ਤੁਸੀਂ it's ਕਹਿੰਦੇ ਹੋ, working, it's ਉਹ ਵਾਹ, working. ਕੰਮ ਵਧੀਆ ਚੱਲ ਰਿਹਾ ਮੇਰਾ ਚੱਲ। Suddenly, ਪਰ ਅਚਾਨਕ we don't know why. ਪਤਾ ਨਹੀਂ ਚੱਲਦਾ ਕਿਉਂ That your business will fall down. ਤੁਹਾਡਾ ਵਪਾਰ, ਤੁਹਾਡਾ ਕੰਮ ਫਿਰ ਡਿੱਗ ਜਾਂਦਾ ਆ। You are not the responsible of this problem. ਪਰ ਤੁਹਾਡਾ ਕੰਮ ਫੇਲ ਹੋਣ ਦੇ ਜ਼ਿੰਮੇਵਾਰ ਤੁਸੀਂ ਨਹੀਂ ਆ। There is that end behind you, that end behind you. ਕੋਈ ਹੱਥ ਹੈ ਜਿਹੜਾ ਤੁਹਾਡੇ ਪਿੱਛੇ ਆ, ਤੁਹਾਡੇ ਕੰਮਾਂ ਨੂੰ ਖਰਾਬ ਕਰ ਰਿਹਾ। Someone is attacking you ਕੋਈ ਤੁਹਾਡੇ ਉੱਤੇ ਹਮਲਾ ਕਰ ਰਿਹਾ ਆ to destroy your business ਤੁਹਾਡੇ ਕਾਰੋਬਾਰ ਨੂੰ ਨਾਸ਼ ਕਰਨ so ਦੇ that you will become poor. ਤਾਂ ਕਿ ਤੁਸੀਂ ਗਰੀਬ ਬਣ ਜਾਓ। This is spiritual attacks. ਇਹਨੂੰ ਆਤਮਿਕ ਹਮਲੇ ਕਹਿੰਦੇ ਆ It is witchcraft manifestation. ਔਰ ਇਹ ਜਾਦੂ ਟੂਣਾ ਹੁੰਦਾ ਹੈ। Hallelujah. ਹਾਲੇਲੂਇਆ। Am I talking to somebody? ਸਮਝ ਰਹੇ ਹੋ ਤੁਸੀਂ ਸਾਰਿਆਂ ਨੂੰ? ਮੈਂ ਤੁਹਾਡੇ Am I talking to somebody? ਕਿ ਮੈਂ ਕਿਸੇ ਨਾਲ ਮੈਂ ਗੱਲ ਕਰ ਰਿਹਾ, ਕਿਹਦੇ ਨਾਲ ਤਾਂ ਹੋ ਰਿਹਾ The ਹੈ। devil is a liar. ਸ਼ੈਤਾਨ ਜਿਹੜਾ The ਝੂਠਾ devil is a liar. ਸ਼ੈਤਾਨ ਝੂਠਾ ਆ। Today, ਅੱਜ the power of the Lord ਪਰਮੇਸ਼ਵਰ ਦੀ will break every spiritual attack ਹਰ ਇੱਕ ਆਤਮਿਕ ਹਮਲੇ ਨੂੰ and ਪਰਮੇਸ਼ਵਰ ਦੀ God will release your business. Hallelujah. ਹਾਲੇਲੂਇਆ। Yes. ਹਾਲੇਲੂਇਆ। Yes. ਹਾਲੇਲੂਇਆ। When we are talking about witchcraft, ਜਦੋਂ ਅਸੀਂ ਜਾਦੂ ਟੂਣੇ ਦੀ ਗੱਲ ਕਰਦੇ we ਹਾਂ, talk about invisible manipulation. ਅਸੀਂ ਦੇਖਦੇ ਹਾਂ ਕੁਝ ਮਤਲਬ ਅਣਦੇਖੀਆਂ ਸ਼ਕਤੀਆਂ ਕੁਝ ਕਰ ਰਹੀਆਂ ਹੁੰਦੀਆਂ In thoughts, ਔਰ ਵਿਚਾਰਾਂ 'ਚ in emotion, ਔਰ ਕੰਮਾਂ 'ਚ in relationship. ਔਰ ਸੰਬੰਧਾਂ ਵਿੱਚ ਨੂੰ ਵੀ ਸੰਬੰਧਾਂ ਨੂੰ ਵਿਗਾੜਦੀਆਂ ਹਨ। Sometimes you hear a voice telling you, go to die. Nobody loves you. No one loves you. Here in this family, look at, they love your daughter, they love your sister, they love your father and your mother love everybody. But you, they don't love you. Go and kill yourself. ਔਰ ਜਿੱਦਾਂ ਕਿਸੇ ਦੇ ਦਿਮਾਗ 'ਚ ਸ਼ੈਤਾਨ ਵਿਚਾਰ ਪਾਉਂਦਾ, ਲੈ ਤੇਰੇ ਮਾਂ-ਬਾਪ ਤੇਰੀ ਭੈਣ ਨੂੰ ਪਿਆਰ ਕਰਦੇ ਆ, ਤੇਰੇ ਭਰਾ ਨੂੰ ਪਿਆਰ ਕਰਦੇ ਆ, ਬਾਕੀ ਸਾਰਿਆਂ ਨੂੰ ਪਿਆਰ ਕਰਦੇ, ਤੈਨੂੰ ਨਹੀਂ ਪਿਆਰ ਕਰਦੇ, ਜਾ ਆਪਣੇ ਆਪ ਨੂੰ ਜਾ ਕੇ ਆਤਮ ਹੱਤਿਆ ਕਰ ਲਾ, ਖਤਮ ਕਰ ਲਾ। Manipulation of thoughts. ਦਿਮਾਗ 'ਚ ਇਹ ਵਿਚਾਰ ਚੱਲਦੇ, ਗਲਤ ਵਿਚਾਰਾਂ ਨੂੰ ਭੜਕਾਉਂਦਾ ਸ਼ੈਤਾਨ, Bad thoughts. ਬੁਰੇ ਵਿਚਾਰ ਹੁੰਦੇ ਆ। You are here and something will tell you, no. This one, do this, don't do that, do this, don't do that. If you do, they will mock you and you will go to do bad things. ਔਰ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਦਿਮਾਗ 'ਚ ਵਿਚਾਰ ਆਉਂਦੇ, ਨਾ ਇਹ ਚੰਗਾ ਕੰਮ ਨਾ ਕਰੀ, ਆਹ ਕੰਮ ਕਰ, ਲੋਕ ਤੇਰਾ ਮਜ਼ਾਕ ਉਡਾਉਣਗੇ ਜੇ ਤੂੰ ਚੰਗਾ ਕੰਮ ਕਰੂਗਾ, ਤੇ ਤੁਸੀਂ ਕੀ ਆ ਬੁਰੇ ਕੰਮਾਂ ਵਿੱਚ ਪੈ Some have ਜਾਂਦੇ ਹੋ। become thieves ਕੁਝ ਚੋਰ ਬਣ ਜਾਂਦੇ ਆ because they heard the voice ਕਿਉਂਕਿ ਉਹਨਾਂ ਨੇ ਉਹ ਸ਼ੈਤਾਨ ਦੀ ਆਵਾਜ਼ ਨਹੀਂ ਸੁਣੀ, manipulating the thoughts. ਉਹ ਜਿਨ੍ਹਾਂ ਨੇ ਉਹਦੇ ਵਿਚਾਰਾਂ ਨੂੰ ਕੀਆ ਖਰਾਬ ਕੀਤਾ। Those are about to run away from the church. ਔਰ ਉਹ ਸ਼ੈਤਾਨ ਹੁੰਦੇ ਆ ਚਰਚ ਵਿੱਚੋਂ ਭੱਜ ਜਾਣਾ ਚਾਹੁੰਦੇ ਆ। You heard the voice saying that, well, since you are following Jesus, what changed in your life? ਕੁਝ ਲੋਕ ਤੁਹਾਨੂੰ ਕਹਿੰਦੇ ਆ ਜਦੋਂ ਨੂੰ ਤੁਸੀਂ ਯੀਸ਼ੂ ਮਸੀਹ ਨੂੰ ਮੰਨਦੇ ਆ ਕੁਝ ਬਦਲਾਅ ਆਇਆ ਤੁਹਾਡੇ ਜੀਵਨ 'ਚ, ਲੋਕ ਤੁਹਾਨੂੰ ਏਦਾਂ ਮਿਹਣੇ ਮਾਰਦੇ ਆ। Don't go to church again. Don't go to church again. Don't go. ਉਹ ਕਹਿੰਦੇ ਨਾ ਚਰਚ ਨਾ ਜਾਇਓ ਦੁਬਾਰਾ ਹੁਣ। It's a spirit of manipulation. ਇਹ ਵਿਚਾਰਾਂ ਨੂੰ ਵਿਗਾੜਨ ਵਾਲੀ ਦੁਸ਼ਟ ਆਤਮਾ ਹੁੰਦੀ ਹੈ। Yes. Your emotion are being manipulated. ਤੁਹਾਡੀਆਂ ਭਾਵਨਾਵਾਂ ਨੂੰ ਵਿਗਾੜ ਦਿੰਦੀ ਆ ਦੁਸ਼ਟ ਆਤਮਾ। Some of you have a very huge spirit of anger. ਔਰ ਕਈ ਜਿਹੜੇ ਆ ਤੁਹਾਡੇ ਵਿੱਚੋਂ ਇਹੋ ਜਿਹੀ ਦੁਸ਼ਟ ਆਤਮਾ ਦੇ ਥੱਲੇ ਆ। When you are angry,
ਓਕੇ ਗੁੱਸੇ ਵਾਲੀ ਦੁਸ਼ਟ ਆਤਮਾ ਦੇ ਅਧੀਨ ਹੁੰਦੇ ਆ। When you are angry, ਜਦੋਂ ਤੁਹਾਨੂੰ ਗੁੱਸਾ ਆਉਂਦਾ you ਆ, shake like this, you shake like this, you shake, you shake, ਜਦੋਂ ਤੁਸੀਂ you ਗੁੱਸੇ shake. Hey, ਜਦੋਂ ਤੁਸੀਂ ਗੁੱਸੇ 'ਚ ਨਹੀਂ ਟਾਈਮ ਲੱਗਦਾ ਤਾਂ ਕੰਮ ਨਹੀਂ when you are angry, you want to destroy everything. ਜਦੋਂ ਤੁਹਾਨੂੰ ਗੁੱਸਾ ਚੜਦਾ ਤੁਸੀਂ ਬਸ ਸਭ ਕੁਝ ਤਬਾਹ ਕਰ ਦੇਣਾ ਚਾਹੁੰਦੇ ਹੋ। Even your mother and your father fears you because of the anger, the spirit of anger in you. ਤੁਹਾਡੇ ਮਾਂ-ਬਾਪ ਵੀ ਤੁਹਾਡੇ ਤੋਂ ਡਰਦੇ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਕਿਉਂਕਿ ਤੁਹਾਡੇ ਜੋ ਗੁੱਸੇ ਦੀ ਆਤਮਾ ਕੰਮ ਕਰਦੀ ਹੈ। When you are angry, you break this one, you break this one, you take this, you go here, you break everything. ਔਰ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਇੱਧਰ ਲੱਤ ਮਾਰਦੇ ਹੋ ਉੱਧਰ ਲੱਤ ਮਾਰਦੇ ਹੋ ਚੱਕ ਕੇ ਕੁਝ ਤੋੜ ਦਿੰਦੇ ਆ ਤੁਸੀਂ ਇੰਨਾ ਗੁੱਸਾ ਆਉਂਦਾ You see, the anger will move you in a such way that everybody will run away from you. ਔਰ ਗੁੱਸਾ ਤੁਹਾਨੂੰ ਏਦਾਂ ਭੜਕਾ ਦਿੰਦਾ ਹੈ ਕਿ ਤੁਹਾਡੇ ਕੋਲ ਸਾਰੇ ਡਰਦੇ ਡਰਦੇ ਭੱਜ ਜਾਂਦੇ ਤੁਹਾਡੇ ਤੋਂ ਦੂਰ ਹੋ ਜਾਂਦੇ ਉਸ ਸਮੇਂ। Sometimes when you are angry, ਜਦੋਂ ਕਈ ਵਾਰ ਤੁਹਾਨੂੰ ਗੁੱਸਾ ਆਉਂਦਾ you ਹੈ go like this, ਤੁਸੀਂ ਏਦਾਂ ਕਰਦੇ ਹੋ take the doors, close it, boom. ਔਰ ਦਰਵਾਜ਼ਾ ਏਦਾਂ ਜਾ ਕੇ ਏਦਾਂ ਭੰਨਦੇ ਹੋ ਤੁਸੀਂ ਦਰਵਾਜ਼ਾ You'll be in your room. ਔਰ ਤੁਸੀਂ ਆਪਣੇ ਕਮਰੇ 'ਚ ਜਾਂਦੇ ਆ Nobody can talk to you. ਤਾਂ ਤੁਸੀਂ ਇੰਨੇ ਗੁੱਸੇ 'ਚ ਨੇ Leave me alone. ਡਰਦਾ ਹੋਇਆ Leave me alone. ਔਰ ਤੁਸੀਂ ਕਹਿੰਦੇ ਮੈਨੂੰ ਕੱਲਾ ਛੱਡ ਦਿਓ I don't want to speak. I don't want to speak. ਮੈਂ ਗੱਲ ਗੁੱਲ ਨਹੀਂ ਕਰਨਾ ਚਾਹੁੰਦਾ ਮੈਨੂੰ ਛੱਡ Everybody fears you ਹਰ ਇੱਕ ਨੂੰ ਤੁਹਾਡੇ ਤੋਂ ਮੈਨੂੰ ਡਰ ਲੱਗਦਾ ਹੈ because the anger in you is too strong. ਕਿਉਂਕਿ ਤੁਹਾਡਾ ਗੁੱਸਾ ਇੰਨਾ ਭੈੜਾ ਹੁੰਦਾ ਹੈ। It is a manipulation of witchcraft. ਇਹ ਦੁਸ਼ਟ ਆਤਮਾ ਦਾ ਕੰਮ ਹੈ ਜੋ ਤੁਹਾਨੂੰ ਭੜਕਾਉਂਦੀ ਹੈ। It is a manipulation of witchcraft. ਇਹ ਦੁਸ਼ਟ ਆਤਮਾ ਦਾ ਕੰਮ ਹੈ ਜਿਹੜੀ ਤੁਹਾਨੂੰ ਭੜਕਾ ਦਿੰਦੀ ਹੈ। Yes. Some of you, your emotion when there is nothing, you cry. You cry. They say, go to beat this one. Oh, no, oh, why are you crying? Your emotion is always manipulated. ਔਰ ਹਮੇਸ਼ਾ ਤੁਹਾਡੀਆਂ ਭਾਵਨਾਵਾਂ ਕੀ ਹੁੰਦੀਆਂ ਆ ਬਸ ਸ਼ੈਤਾਨ ਉਹਨਾਂ ਨੂੰ ਭੜਕਾਉਂਦਾ ਰਹਿੰਦਾ ਕਈ ਵਾਰੀ ਤੁਸੀਂ ਐਵੇਂ ਰੋਂਦੇ ਰਹਿੰਦੇ ਹੋ ਤੁਹਾਨੂੰ ਕੋਈ ਪੁੱਛਦਾ ਕੀ ਹੋਇਆ ਤੁਹਾਨੂੰ ਕਿਉਂ ਐਵੇਂ ਰੋਈ ਜਾਂਦੇ ਪਰ ਰੋਂਦੇ ਰਹਿੰਦੇ ਹੋ ਤੁਸੀਂ So why are you crying? ਕਿਉਂ ਰੋਂਦੇ ਹੋ You don't even know why you are crying. ਤੁਹਾਨੂੰ ਵੀ ਨਹੀਂ ਪਤਾ ਹੁੰਦਾ ਤੁਸੀਂ ਕਿਉਂ ਰੋ ਰਹੇ ਹੋ Always you are crying. ਹਰ ਵੇਲੇ ਰੋਂਦੇ ਰਹਿੰਦੇ ਹੋ Always you are crying. ਹਰ ਵੇਲੇ ਰੋਂਦੇ ਰਹਿੰਦੇ ਹੋ What's sad? ਕੀ ਹੋਇਆ You are always sad. ਹਮੇਸ਼ਾ ਉਦਾਸ ਹੀ ਰਹਿੰਦੇ You are ਹੋ always sad. ਹਰ ਵੇਲੇ ਉਦਾਸ ਰਹਿੰਦੇ ਹੋ ਤੁਸੀਂ You want to run away from your family. ਤੁਸੀਂ ਆਪਣੇ ਪਰਿਵਾਰ ਤੋਂ ਭੱਜ ਜਾਣਾ ਚਾਹੁੰਦੇ ਹੋ You want to run away from your relatives. ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਚਲੇ ਜਾਣਾ ਚਾਹੁੰਦੇ ਹੋ You are always being manipulated. ਇਹ ਸ਼ੈਤਾਨ ਨੇ ਤਾਂ ਤੁਹਾਡੇ ਵਿਚਾਰਾਂ ਨੂੰ ਭੜਕਾਉਂਦਾ ਹੈ So you have been known as someone in your family who is always shy, always sad. So no one wants to talk to you because they don't want you to lose your joy. ਇਸ ਕਰਕੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਕਿਉਂਕਿ ਹਮੇਸ਼ਾ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਹੋ ਤੁਹਾਨੂੰ ਕਿਸੇ ਨਾਲ ਗੱਲ ਕਰਨਾ ਨਹੀਂ ਵਧੀਆ ਲੱਗਦਾ ਤੁਸੀਂ ਉਦਾਸ ਜਿਹੇ ਰਹਿੰਦੇ ਹੋ ਤੇ ਲੋਕ ਤੁਹਾਡੇ ਕੋਲ ਆਉਣ ਤੋਂ ਡਰਦੇ ਆ ਕਿ ਕਿਤੇ ਤੁਹਾਡੀ ਖੁਸ਼ੀ ਨਾ ਮਤਲਬ ਇਹਦੇ ਨਾਲ Am I talking to somebody? ਕਿ ਏਦਾਂ ਤੁਹਾਡੇ ਵਿੱਚੋਂ ਕੋਈ ਇਕੱਲਾ ਰਹਿਣਾ ਪਸੰਦ ਕਰਦਾ ਐਵੇਂ ਰੋਣਾ Am I talking to somebody? ਕੀ ਤੁਹਾਡੇ ਵਿੱਚ ਕੋਈ ਹੈ ਏਦਾਂ ਦਾ ਕਿ ਅਚਾਨਕ ਤੁਹਾਨੂੰ ਰੋਣਾ ਆਉਂਦਾ ਰਹਿੰਦਾ ਆ Hallelujah. ਤੁਸੀਂ ਐਵੇਂ ਰੋਂਦੇ ਰਹਿੰਦੇ ਹੋ Yes. ਪਤਾ ਹੁੰਦਾ ਕਿਉਂ ਰੋ ਰਹੇ ਹੋ You, ਉਦਾਸ ਹੋ yourself. You fear yourself. ਤੁਸੀਂ ਤੁਹਾਨੂੰ ਆਪਣੇ ਆਪ ਨੂੰ ਡਰ ਲੱਗਦਾ ਆ You fear yourself. ਤੁਸੀਂ ਆਪਣੇ ਆਪ ਨੂੰ ਡਰਦੇ ਹੋ When you see your behaving, you said, "Oh, is it me?" ਜਦੋਂ ਤੁਸੀਂ ਆਪਣੇ ਕੰਮ ਦੇਖਦੇ ਹੋ ਉਹ ਮੈਂ ਏਦਾਂ ਕੀਤਾ ਮੈਂ ਇਹ ਕੀਤਾ What? ਕੀ Why am I like this? ਮੈਂ ਕਿਉਂ ਏਦਾਂ ਦਾ ਤੁਸੀਂ ਸੋਚਦੇ ਹੋ And now you are suffering. You are suffering ਹੁਣ ਤੁਸੀਂ ਇਹਨਾਂ ਦੁੱਖ ਝੱਲਦੇ ਹੋ ਨਹੀਂ ਮਤਲਬ ਪ੍ਰੋਬਲਮ ਚੁੱਕਦੇ in ਹੋ your heart. You are always sad. ਆਪਣੇ ਦਿਲ 'ਚ ਹਮੇਸ਼ਾ ਤੁਸੀਂ ਉਦਾਸ ਹੀ ਰਹਿੰਦੇ ਹੋ You lose the joy of life. ਤੁਸੀਂ ਜ਼ਿੰਦਗੀ ਦਾ ਆਨੰਦ ਹੀ ਖੋ ਦਿੰਦੇ ਹੋ Do you know why? ਤੁਹਾਨੂੰ ਪਤਾ ਕਿਉਂ Because of manipulation of witchcraft.
ਕਿਉਂਕਿ ਦੁਸ਼ਟ ਆਤਮਾ ਇਹ ਕੰਮ ਕਰਦੀ ਹੈ ਤੇ ਪਿੱਛੇ ਤੁਹਾਡੇ ਵਿਚਾਰਾਂ ਨੂੰ ਤੱਕ ਭੜਕਾਉਂਦੀ ਆ। Hallelujah. ਹਾਲੇਲੂਇਆ। Now, ਹੁਣ the last manifestation of the witchcraft is about family or territorial bondage that blocks destiny. pardon? Family or territorial bondage. Territorial bondage. I got it. ਦੇਖੋ ਕਿਸੇ ਪਰਿਵਾਰਾਂ ਦੇ ਵਿੱਚ ਨਾ ਮਤਲਬ ਇੱਕ ਗੜ ਜਿਹੇ ਹੁੰਦੇ ਆ, ਸ਼ੈਤਾਨ ਦੇ ਗੜ ਹੁੰਦੇ ਆ, ਪਰਿਵਾਰ ਤੋਂ ਹੀ ਪਿੱਛੋਂ ਹੀ ਉਹਨਾਂ ਦੇ ਜੀਵਨ 'ਚ ਕੁਝ ਸਮੱਸਿਆਵਾਂ ਚੱਲ ਰਹੀਆਂ ਹੁੰਦੀਆਂ ਆ। Hallelujah. ਹਾਲੇਲੂਇਆ। So in families, certain families, they have many idols worships, many rituals in the family. So they are in bondage. ਕਈ ਪਰਿਵਾਰਾਂ 'ਚ ਨਾ ਪਿੱਛੇ ਮੂਰਤੀ ਪੂਜਾ ਹੁੰਦੀ ਆ, ਮਤਲਬ ਉਹ ਕਿਸੇ ਜਗ੍ਹਾ ਨੂੰ ਪੂਜਦੇ ਆ, ਕੋਈ ਮਤਲਬ ਇਸ ਕਰਕੇ ਨਾ ਉਹਨਾਂ ਦੇ ਪਰਿਵਾਰਾਂ 'ਚ ਬੰਧਨ ਹੁੰਦੇ ਆ। Even though you are Christian, ਭਾਵੇਂ ਤੁਸੀਂ ਆਪ ਮਸੀਹ ਨੂੰ ਮੰਨਣ ਵਾਲੇ ਹੋ, when you sleep, ਜਦੋਂ ਤੁਸੀਂ ਸੌਂਦੇ ਆ you see the idol of your family who is saying, come, come, come. ਜਦੋਂ ਭਾਵੇਂ ਤੁਸੀਂ ਪ੍ਰਭੂ 'ਚ ਵੀ ਆ ਜਾਂਦੇ ਆ, ਮਤਲਬ ਫਿਰ ਵੀ ਤੁਸੀਂ ਸੁਪਨੇ 'ਚ ਉਸ ਮੂਰਤੀ ਨੂੰ ਦੇਖਦੇ ਆ, ਉਹ ਮੂਰਤੀ ਤੁਹਾਨੂੰ ਕਹਿੰਦੀ ਆ ਮੇਰੇ ਪਿੱਛੇ ਆ, ਮੇਰੇ ਪਿੱਛੇ ਆ। So you become confused always. ਹਮੇਸ਼ਾ ਤੁਸੀਂ ਮਤਲਬ ਕਨਫਿਊਜ਼ ਰਹਿੰਦੇ ਆ, ਦੁਚਿੱਤੇ ਰਹਿੰਦੇ ਆ। You see, those of you are under lineage curses. ਔਰ ਕਈ ਤੁਸੀਂ ਆਪਣੇ ਮਤਲਬ ਵੰਸ਼ਾਂ ਤੋਂ ਕਿਸੇ ਸ਼ਰਾਪ ਦੇ ਅਧੀਨ ਹੁੰਦੇ, ਤੁਹਾਡੇ ਪੁਰਾਣੇ ਪਿਛੋਕੜ ਤੋਂ ਹੀ ਤੁਸੀਂ ਮਤਲਬ ਪੂਰਵਜਾਂ ਦੇ ਸ਼ਰਾਪ ਤੁਹਾਡੇ ਤੇ ਹੁੰਦੇ ਆ। Are you following me? ਸਮਝ ਆ ਰਹੀ ਤੁਹਾਨੂੰ? Are you following me? ਸਮਝ ਆ ਰਹੀ ਵਚਨ ਦੀ? I have to explain some symptoms so that we can know and break it. ਮੈਂ ਤੁਹਾਨੂੰ ਇਹਨਾਂ ਗੱਲਾਂ ਨੂੰ ਸਮਝਾਉਣਾ ਤਾਂ ਚਾਹੁੰਦਾ ਤਾਂ ਕਿ ਅਸੀਂ ਇਹਨਾਂ ਤਾਕਤਾਂ ਨੂੰ ਤੋੜ ਸਕੀਏ, ਇਹਨਾਂ ਸ਼ਰਾਪਾਂ ਨੂੰ ਤੋੜ Now, ਸਕੀਏ। ਹੁਣ let's see the link between witchcraft and occult altars, because I'm talking about it now. ਔਰ ਹੁਣ ਅਸੀਂ ਸਮਝਾਂਗੇ ਕਿੱਦਾਂ ਅਸੀਂ ਇਹਨਾਂ ਵੇਦੀਆਂ ਨੂੰ ਤੋੜ ਸਕਦੇ ਹਾਂ। Occult altars are spiritual basis of witchcraft. ਔਰ ਜਿਹੜੀਆਂ ਝੂਠੀਆਂ ਵੇਦੀਆਂ ਆ, ਸ਼ੈਤਾਨੀ ਵੇਦੀਆਂ ਆ, ਉਹ ਆ ਸ਼ੈਤਾਨ ਦੇ ਕੰਮ ਹੈ। An altar is a place of covenant and the spiritual exchange between the visible and the invisible world. ਇਹ ਝੂਠੀ ਬੇਨਤੀ ਦਾ ਮਤਲਬ ਪਤਾ ਕੀ ਹੈ? ਸ਼ੈਤਾਨ ਦੇ ਨਾਲ ਜਦੋਂ ਕੋਈ ਪੂਜਾ ਕਰਦਾ ਆ, ਕਿਸੇ ਜਗ੍ਹਾ ਦੀ ਕਿਸੇ ਚੀਜ਼ ਦੀ ਪੂਜਾ ਕਰਦਾ ਤੇ ਉਹ ਉਹਨਾਂ ਸ਼ੈਤਾਨ ਦੇ ਨਾਲ ਵਾਚਾ ਚਾ ਕਰਦੇ ਆ। It is one of these altars that parts, sacrifices and spiritual decree are made. ਔਰ ਅਤੀਤ ਵਿੱਚ ਕੀ ਹੁੰਦੇ ਆ, ਉਹ ਕੁਝ ਮਤਲਬ ਉਹਨਾਂ ਦੇ ਲਈ ਕੁਝ ਨਾ ਸ਼ੈਤਾਨ ਉਹਨਾਂ ਦੇ ਲਈ ਕੁਝ ਕਾਨੂੰਨਾਂ ਨੂੰ ਨਿਯਮਾਂ ਨੂੰ ਪਾਸ ਕਰ ਦਿੰਦਾ ਆ। So what you have to know is that every altar has a voice and that speaks. ਔਰ ਹਰ ਇੱਕ ਵੇਦੀ ਜਿਹੜੀ ਆ, ਭਾਵੇਂ ਉਹ ਸ਼ੈਤਾਨੀ ਵੇਦੀ ਆ, ਉਹਦੇ ਚ ਆਵਾਜ਼ ਆ, ਮਤਲਬ ਉਹਦੇ ਚ ਉਹ ਬੋਲਦੀ ਆ ਸ਼ੈਤਾਨੀ ਵੇਦੀ। Altar for or against people. It can speak for you or against you. ਔਰ ਇਹ ਸ਼ੈਤਾਨੀ ਵੇਦੀ ਤੁਹਾਡੇ ਲਈ ਵੀ ਬੋਲ ਸਕਦੀ, ਤੁਹਾਡੇ ਵਿਰੋਧ ਚ ਵੀ ਬੋਲ ਸਕਦੀ ਆ। Occult altars serve as gateway for demonic power to control lives and maintain curses, poverty, rejection or death. ਔਰ ਇਹ ਜਿਹੜੀਆਂ ਸ਼ੈਤਾਨੀ ਵੇਦੀਆਂ ਦਾ ਕਰਕੇ, ਕਿਉਂਕਿ ਲੋਕਾਂ ਦੇ ਤੁਹਾਡੇ ਪੂਰਵਜਾਂ ਨੇ, ਤੁਹਾਡੇ ਮਾਂ-ਬਾਪ ਨੇ ਜਾਂ ਦਾਦੇ ਪੜਦਾਦਿਆਂ ਨੇ ਉਹਨਾਂ ਦੀ ਪੂਜਾ ਕੀਤੀ, ਔਰ ਇਦਾਂ ਦੀਆਂ ਵੇਦੀਆਂ ਤੁਹਾਡੇ ਜੀਵਨ 'ਚ ਵੀ ਬਣ ਜਾਂਦੀਆਂ, ਮਤਲਬ ਉਹ ਤੁਹਾਡੇ ਧਨ ਦੇ ਉੱਤੇ ਕੰਟਰੋਲ ਕਰ ਲੈਂਦੇ ਆ, ਤੁਹਾਨੂੰ ਮਤਲਬ ਤੁਹਾਡਾ ਕੋਈ ਕੰਮ ਸਫਲ ਨਹੀਂ ਹੋਣ ਦਿੰਦੇ, ਗਰੀਬੀ ਲਿਆਉਂਦੇ ਆ ਤੁਹਾਡੇ ਤੇ। So this altar may be physical. ਔਰ ਹੋ ਸਕਦਾ ਆ ਉਹ ਤੁਸੀਂ ਉਸ ਵੇਦੀ ਨੂੰ ਦੇਖਦੇ ਹੋ, ਮਤਲਬ ਦਿਖਣ ਵਾਲੀ ਹੋਵੇ So in houses, ਘਰ ਦੇ ਵਿੱਚ, in forests, ਔਰ ਜੰਗਲ ਦੇ ਵਿੱਚ,
some sacred places. ਜਾਂ ਕਿਤੇ ਮਤਲਬ ਕੋਈ ਸੀਕ੍ਰੇਟ ਜਗ੍ਹਾ ਤੇ ਤੁਸੀਂ ਉਹ ਵੇਦੀ ਬਣਾਈ ਹੁੰਦੀ ਆ That must be also spiritual. ਔਰ ਇਹ ਵੇਦੀ ਆਤਮਿਕ ਵੇਦੀ ਵੀ ਹੋ ਸਕਦੀ ਆ In family lineage, ਜਿੱਦਾਂ ਪਰਿਵਾਰ ਦੇ ਵਿੱਚ ਜੋ ਚੱਲਦਾ ਆ ਰਿਹਾ ਪਿੱਛੋਂ in dreams, ਸੁਪਨਿਆਂ ਦੇ ਵਿੱਚ ਜਿੱਦਾਂ particularly in dream. ਔਰ ਖਾਸ ਕਰਕੇ ਸੁਪਨਿਆਂ 'ਚ There are people here, ਕੁਝ ਲੋਕ ਆ ਇੱਥੇ when they see you, they don't know that in the realm of the spirit, you are a witch. You have your camp. You have your group there, and every night you go somewhere and make things. when others sees you I'm saying that yeah there is people here when you are dreaming in the night. okay in the night You see you are somewhere, Okay. some places, eating food, dancing with people, going to fight people, catching piece of people. Yeah. ਤੇ ਕੁਝ ਲੋਕ ਆ ਤੁਹਾਨੂੰ ਏਦਾਂ ਦੇ ਸੁਪਨੇ ਆਉਂਦੇ ਆ ਕਿ ਤੁਸੀਂ ਕੁਝ ਲੋਕਾਂ ਨਾਲ ਨੱਚ ਰਹੇ ਹੋ ਤੁਸੀਂ ਕੁਝ ਹੋਰ ਅਣਜਾਣ ਲੋਕਾਂ ਨਾਲ ਖਾਣਾ ਖਾ ਰਹੇ ਹੋ ਤੇ ਤੁਸੀਂ ਉਹਨਾਂ ਨੂੰ ਕਈ ਲੋਕਾਂ ਨੂੰ ਸ਼ਰਾਬ ਦੇ ਰਹੇ ਹੋ ਕਿਸੇ ਨੂੰ ਏਦਾਂ ਦੇ ਸੁਪਨੇ ਆਉਂਦੇ ਇਹ ਹੁੰਦਾ ਆਤਮਿਕ ਵੇਦੀਆਂ So we see you sleeping, ਔਰ ਜਦੋਂ ਸੁੱਤੇ ਹੁੰਦੇ ਹੋ ਤੁਸੀਂ but you are not here. ਪਰ ਤੁਸੀਂ ਸੁੱਤੇ ਤੁਹਾਡਾ ਸਰੀਰ ਸੁੱਤਾ ਹੁੰਦਾ ਪਰ ਤੁਹਾਡੀ ਆਤਮਾ ਸੁੱਤੀ ਨਹੀਂ ਹੁੰਦੀ ਉਸ We ਵੇਲੇ come in the night, we find your body. ਅਸੀਂ ਜਦੋਂ ਦੇਖਦੇ ਹਾਂ ਤੁਹਾਨੂੰ ਤੁਹਾਡਾ ਸਰੀਰ ਸੁੱਤਾ ਹੁੰਦਾ ਆ But you yourself, you know that you are not here. You are somewhere. ਪਰ ਤੁਹਾਨੂੰ ਪਤਾ ਹੁੰਦਾ ਤੁਹਾਡੀ ਆਤਮਾ ਇੱਥੇ ਨਹੀਂ ਤੁਹਾਡੀ ਆਤਮਾ ਕਿਤੇ ਹੋਰ ਭਟਕ ਰਹੀ ਹੁੰਦੀ ਆ ਸੁੱਤਿਆ ਹੋਇਆ Doing things. ਕੋਈ ਕੰਮ ਕਰ ਰਹੀ ਹੁੰਦੀ ਤੁਹਾਡੀ ਆਤਮਾ And in the morning, you will come back ਜਦੋਂ ਸਵੇਰੇ ਤੁਹਾਡੀ ਆਤਮਾ ਆਉਂਦੀ ਤੁਹਾਡੇ and you will ਸਰੀਰ wake up. All your bodies is paining you. You are going. All your bodies is paining you. ਔਰ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤੁਹਾਡਾ ਸਰੀਰ ਟੁੱਟਿਆ ਹੁੰਦਾ ਹੈ ਟੁੱਟਿਆ ਹੁੰਦਾ ਕੋਈ ਤਾਕਤ ਨਹੀਂ ਹੁੰਦੀ ਤੁਹਾਡੇ ਸਰੀਰ 'ਚ You know that in the realm of the spirit, you have a place. ਔਰ ਤੁਹਾਨੂੰ ਪਤਾ ਹੁੰਦਾ ਕਿ ਆਤਮਾ ਦੇ ਖੇਤਰ ਵਿੱਚ ਤੁਹਾਡੀ ਆਤਮਾ ਕਿਤੇ ਗਈ ਹੁੰਦੀ ਰਾਤ ਨੂੰ That means that you are a witch. ਇਹਦਾ ਮਤਲਬ ਤੁਸੀਂ ਜਾਦੂਗਰ ਨਹੀਂ ਹੋ ਜਾਦੂਗਰ ਹੋ Yeah, I'm telling you, you are a witch. ਮੈਂ ਤੁਹਾਨੂੰ ਕਹਿਣਾ ਆਇਆ ਨਾ ਕਿ ਤੁਸੀਂ ਜਾਦੂਗਰ ਹੋ ਜਾਦੂਗਰ ਨਹੀਂ ਹੋ So today, Aj. we will cast out this spirit of witchcraft which is taking you for this particular place. ਅੱਜ ਉਸ ਜਾਦੂ ਟੂਣੇ ਦੀ ਦੁਸ਼ਟ ਆਤਮਾ ਨੂੰ ਅਸੀਂ ਕੱਢਾਂਗੇ ਜਿਹੜੀ ਤੁਹਾਨੂੰ ਸੁਪਨਿਆਂ 'ਚ ਕਿਤੇ ਹੋਰ ਹੀ ਲੈ ਜਾਂਦੀ ਹੈ Some people here is your thought who is very dangerous. Your thought. ਕਈ ਲੋਕਾਂ ਦੇ ਵਿਚਾਰ ਬੜੇ ਖਤਰਨਾਕ ਹੁੰਦੇ ਆ When you look at somebody like this, you say, why this one is too happy? I don't want him to be happy again. And you have that thought, I want him to fall. And then person will fall. ਕਈ ਲੋਕਾਂ ਦੇ ਵਿਚਾਰ ਇਹ ਖਤਰਨਾਕ ਹੁੰਦੇ ਆ ਨਾ ਜਦੋਂ ਤੁਸੀਂ ਕਿਸੇ ਨੂੰ ਖੁਸ਼ ਦੇਖ ਲੈਂਦੇ ਹੋ ਤੁਹਾਡਾ ਮਨ ਸੜ ਜਾਂਦਾ ਹੈ ਤੁਸੀਂ ਕਹਿੰਦੇ ਇਹ ਕਾਹਤੋਂ ਖੁਸ਼ ਆ ਇਹ ਕਾਹਤੋਂ ਹੱਸ ਰਿਹਾ ਇਹ ਕਾਹਤੋਂ ਹੱਸ ਰਹੀ ਆ ਮੈਂ ਬਸ ਕਿਸੇ ਤਰ੍ਹਾਂ ਇਹ ਖੁਸ਼ੀ ਖਤਮ ਕਰਨੀ ਮੈਨੂੰ ਨਾ ਮੈਨੂੰ ਦੇਖਣਾ ਆ ਇਹ ਦੁਸ਼ਟ ਆਤਮਾ ਆ So you are here. When you look at somebody, you say, this one is happy head. ਔਰ ਤੁਸੀਂ ਦੇਖਦੇ ਹੋ ਹਾਂ ਉਹਨਾਂ ਕਿੱਦਾਂ ਨੁਕਸਾਨ ਕਰਨਾ ਇਹ ਹੱਸ ਕਿਉਂ ਰਿਹਾ ਹੈ ਇਹ ਹੱਸ ਕਿਉਂ ਰਹੀ ਹੈ ਇਹ ਖੁਸ਼ ਕਿਉਂ ਆ Things will come and eat these people. ਔਰ ਤੁਸੀਂ ਕਹਿੰਦੇ ਹੋ ਕਿ ਮਤਲਬ ਇਹ ਕੋਈ ਆ ਕੇ ਉਹਨੂੰ ਖਾ ਲਵੇ You are a witch. ਇਹ ਜਾਦੂ ਟੂਣੇ ਵਾਲੀ ਜਾਦੂ You are a witch. It's not supernatural power. ਕਿਉਂਕਿ ਇਹਦੇ ਪਿੱਛੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਨਹੀਂ ਦੇਖ ਪਾਉਂਦੇ Jesus. ਇਹਦੇ ਪਿੱਛੇ ਦੁਸ਼ਟ ਆਤਮਾ ਕੰਮ ਕਰ ਰਹੀ It is a spirit of witch. ਇਹ ਜਾਦੂਗਰ ਦੀ ਦੁਸ਼ਟ ਆਤਮਾ ਆ Spirit of witchcraft. ਔਰ ਇਹ ਜਾਦੂਗਰ ਦੀ ਦੁਸ਼ਟ ਆਤਮਾ ਆ Doesn't mean that you are too strong. ਕਿ ਇਹਦਾ ਮਤਲਬ ਤੁਸੀਂ ਬਹੁਤ ਸਟਰੋਂਗ ਹੋ ਇਹਦਾ Today ਮਤਲਬ we will break this kind of spirit in our midst. ਔਰ ਅਸੀਂ ਕੀ ਆ ਪਰਮੇਸ਼ਰ ਦੀ ਸਾਮਰਥ ਨਾਲ ਜਦ ਇਸ ਆਤਮਾ ਦੀ ਤਾਕਤ ਨੂੰ ਤੋੜਨਾ ਆ No. Some kind of people can throw a charm to somebody.
कि मतलब कोई ਜਿਹੜਾ ਆ ਇਹਦਾ ਮਤਲਬ ਕੋਈ ਉਹ ਕਿਸੇ ਤੇ ਦਾ ਜਾਦੂ ਟੂਣਾ ਸਿੱਟਦਾ ਆ ਇਦਾਂ ਮਤਲਬ ਉਹ ਸੋਚਦਾ ਆ ਮੈਂ ਇਹਦਾ ਨੁਕਸਾਨ ਕਰਾਂ ਨਾ ਤੇ ਤੁਸੀਂ ਕੁਝ ਕਰਦੇ ਹੋ ਉਹਦਾ ਨੁਕਸਾਨ ਕਰਨ ਦੇ ਲਈ he will see you passing and he will walk through. I don't like it. I don't like it. No. Zoom! ਤੁਸੀਂ ਕਿਸੇ ਨੂੰ ਤੁਰਦਿਆਂ ਨਾਲ ਹੀ ਦੇਖਦੇ ਹੋ ਤੁਸੀਂ ਸਾਰੇ ਜਾਣਦੇ ਆ ਉਹਨੂੰ ਦੇਖ ਕੇ ਮੈਨੂੰ ਨਹੀਂ ਇਹ ਪਸੰਦ ਮੈਨੂੰ ਨਹੀਂ ਇਹ ਪਸੰਦ ਤਾਂ ਤੁਸੀਂ ਉਹਨੂੰ ਨੁਕਸਾਨ ਕਰਨ ਲਈ ਉਹਦੇ ਉੱਤੇ ਕੁਝ ਸੁੱਟਦੇ ਹੋ ਸ਼ਬਦ ਆਤਮਾ ਚ ਸੁੱਟਦੇ ਹੋ ਉਹਦੇ ਤੇ Do you understand what I'm saying? ਸਮਝ ਆ ਰਹੀ ਆ ਸਾਡੇ ਤੋਂ So some of you are under enchantment, a charm that curse you. ਓਕੇ ਆ ਕੁਝ ਲੋਕ ਤੁਹਾਡੇ ਵਿੱਚੋਂ ਕਈ ਆ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤੁਹਾਡੇ ਉੱਤੇ ਕੋਈ ਸ਼ਰਾਪ ਦਿੰਦਾ ਤੁਹਾਡੇ ਤੇ ਹਨਾ ਤੁਹਾਡੀ ਖੁਸ਼ੀ ਨਹੀਂ ਉਹਨਾਂ ਕੋਲ ਬਰਦਾਸ਼ਤ ਹੁੰਦੀ ਕੁਝ ਹੈ ਇੱਥੇ ਤੁਹਾਡੇ ਵਿੱਚੋਂ So suddenly you are going, oh my stomach, oh my head. ਔਰ ਜਿੱਦਾਂ ਤੁਸੀਂ ਖੁਸ਼ ਹੁੰਦੇ ਆ ਪਰ ਤੁਹਾਨੂੰ ਕੋਈ ਦੇਖਦਾ ਜਿਹਦੇ ਕੋਲ ਤੁਹਾਡੀ ਖੁਸ਼ੀ ਨਹੀਂ ਬਰਦਾਸ਼ਤ ਹੁੰਦੀ ਤੇ ਇੱਕਦਮ ਉਹ ਤੁਹਾਡੇ ਉੱਤੇ ਕੋਈ ਚੀਜ਼ ਸਿੱਟਦਾ ਤੁਹਾਨੂੰ ਸ਼ਰਾਪ ਦਿੰਦਾ ਅਚਾਨਕ ਤੁਹਾਡਾ ਪੇਟ ਦਰਦ ਹੋਣ ਲੱਗ ਪੈਂਦਾ ਅਚਾਨਕ ਤੁਹਾਡੇ ਕੋਲ ਦਰਦ ਹੋਣ ਲੱਗ ਪੈਂਦੀ ਆ Yeah, you were very good it when you wake up in the morning. ਔਰ ਸਵੇਰੇ ਤੁਸੀਂ ਬੜੇ ਵਧੀਆ ਉੱਠਦੇ ਆ Everything was okay. ਸਭ ਕੁਝ ਠੀਕ ਹੁੰਦਾ ਤੁਹਾਡੇ ਨਾਲ You pick up your bag, you put it on your shoulder, ਤੁਸੀਂ ਮਤਲਬ and you say, I'm going to the market. ਤੁਸੀਂ ਆਪਣਾ ਬੈਗ ਚੱਕਦੇ ਹੋ ਤੁਹਾਡਾ ਮੋਢੇ ਤੇ ਰੱਖ ਕੇ ਤੁਸੀਂ ਕਹਿੰਦੇ ਮੈਂ ਬਾਜ਼ਾਰ ਜਾ ਰਿਹਾ ਆ And as you are going, ਔਰ ਤੁਸੀਂ ਤੁਹਾਨੂੰ ਪਤਾ ਹੁੰਦਾ ਤੁਸੀਂ ਜਾ ਰਹੇ you ਹੋ meet somebody who is looking, I don't like this woman, I don't like. Shoom! ਔਰ ਤੁਹਾਨੂੰ ਕੋਈ ਦੇਖਦਾ ਹੈ ਕਹਿੰਦੇ ਮੈਨੂੰ ਇਹ ਔਰਤ ਪਸੰਦ ਨਹੀਂ ਮੈਨੂੰ ਨਹੀਂ ਇਹ ਜਨਾਨੀ ਪਸੰਦ So- ਤੁਹਾਡੇ ਉੱਤੇ ਕੁਝ ਸਿੱਟਦਾ ਆ ਮਤਲਬ ਆਤਮਾ 'ਚ Suddenly you add up. Oh my God, what is this? ਅਚਾਨਕ ਤੁਹਾਡਾ ਮਤਲਬ ਹਾਰਟ ਅਟੈਕ ਆ ਜਾਂਦਾ ਤਾਂ ਤੁਹਾਨੂੰ ਤੁਸੀਂ ਇਹ ਹਾਏ ਅਚਾਨਕ ਕੀ ਹੋ ਗਿਆ ਮੈਨੂੰ It is witchcraft attacks. ਇਹ ਹਾਂ ਇਹ ਜਾਦੂ ਟੂਣਾ ਹੁੰਦਾ ਆ All this I'm saying, that there are people here ਕੁਝ ਲੋਕ ਇੱਥੇ ਆ who has it. So now, ਹੁਣ ਤੁਹਾਨੂੰ ਕੀ ਦੱਸਣਾ I'm about to finish. ਮੈਂ ਖਤਮ ਕਰਨ ਜਾ I'm ਰਿਹਾ about to finish. ਖਤਮ ਕਰਨ ਜਾ ਰਿਹਾ ਆ Yes, this is a long study, so I want to cut it, make it very short to pray for you. ਔਰ ਮੈਂ ਮਤਲਬ ਲੰਬੀ ਆ ਸਿੱਖਿਆ ਪਰ ਥੋੜੇ ਜਿਹੇ ਤੁਹਾਨੂੰ ਜਲਦੀ ਸਮਝਾਉਣਾ ਚਾਹੁੰਦਾ ਆ So, what is the effect of witchcraft and occult attacks? ਦੇਖੋ ਉਹਨਾਂ ਸ਼ੈਤਾਨੀ ਜਾਦੂ ਟੂਣੇ ਦਾ ਜਾਂ ਉਹਨਾਂ ਵੇਦੀਆਂ ਸ਼ੈਤਾਨੀ ਵੇਦੀਆਂ ਦਾ ਕੰਮ ਕੀ ਹੈ Occult attacks have real, big, and visible effects on individuals, families, and communities. ਔਰ ਜਿਹੜੀਆਂ ਇਹ ਦੁਸ਼ਟ ਆਤਮਾ ਆ ਕਿਸੇ ਇੱਕ ਇਨਸਾਨ ਚ ਵੀ ਉਹ ਕੰਮ ਕਰਦੀਆਂ ਆ All these attacks have ਸਮਾਜ their ਵਿੱਚ ਵੀ purpose. ਔਰ ਪਰ ਉਹਨਾਂ ਦਾ ਮਕਸਦ ਹੁੰਦਾ ਹੈ ਉਹਨਾਂ ਝੂਠੀਆਂ ਵੇਦੀਆਂ ਦਾ ਉਹਨਾਂ ਦੁਸ਼ਟ ਆਤਮਾ ਦਾ That we call spiritual blockage. ਔਰ ਉਹ ਆਤਮਾ ਦੇ ਵਿੱਚ ਰੁਕਾਵਟ ਲਗਾ ਦਿੰਦੇ ਆ Weak prayer life. ਪਰ Weak prayer life. ਉਹਨਾਂ ਦੀ ਪ੍ਰਾਰਥਨਾ ਬੜੀ ਕਮਜ਼ੋਰ ਹੋ ਜਾਂਦੀ ਆ You lost your zeal ਤੁਹਾਡੀ ਜ਼ੀਲ ਹੀ ਖਤਮ ਹੋ ਜਾਂਦੀ ਪਰਮੇਸ਼ਰ ਦੇ ਲਈ when you came to church. ਜਦੋਂ ਤੁਸੀਂ ਚਰਚ ਚ ਆਉਂਦੇ ਹੋ You have a zeal for the word of God. ਤੁਹਾਨੂੰ ਉਤਸ਼ਾਹ ਹੁੰਦਾ ਪਰਮੇਸ਼ਰ ਦੇ ਵਚਨ ਦੇ ਲਈ But suddenly ਔਰ ਅਚਾਨਕ you lose your zeal. You don't want to come to church again. ਤੁਸੀਂ ਫਿਰ ਆਪਣਾ ਉਤਸ਼ਾਹ ਖੋ ਦਿੰਦੇ ਹੋ ਤੁਸੀਂ ਭਵਨ ਚ ਨਹੀਂ ਆਉਣਾ ਚਾਹੁੰਦੇ You are always exhausted, ਹਮੇਸ਼ਾ ਥੱਕੇ ਰਹਿੰਦੇ ਹੋ always tired, ਹਮੇਸ਼ਾ ਥੱਕੇ ਰਹਿੰਦੇ ਆ tired to do anything. ਕੋਈ ਵੀ ਕੰਮ ਤੁਹਾਡੇ ਕੋਲ ਨਹੀਂ ਹੁੰਦਾ ਥੱਕੇ ਰਹਿੰਦੇ ਆ ਤੁਸੀਂ The effect also is a cycle of failures. ਔਰ ਇਹ ਹੁੰਦਾ ਆ ਮਤਲਬ ਬਾਰ-ਬਾਰ ਅਸਫਲਤਾ ਹੁੰਦੀ ਰਹਿੰਦੀ ਸਫਲ ਨਹੀਂ ਹੋ ਪਾਉਂਦੇ ਤੁਸੀਂ Things that start well but end badly. ਕਈ ਕੰਮ ਜਿਹੜੇ ਚੰਗੀ ਤਰ੍ਹਾਂ ਸ਼ੁਰੂ ਹੁੰਦੇ ਆ ਪਰ ਉਹਨਾਂ ਦਾ ਅੰਤ ਮਤਲਬ ਕਿ ਅਸਫਲ ਹੋ ਜਾਂਦਾ ਹੈ One effect is mysterious sicknesses and unexplicable
pains. ਕਈ ਵਾਰੀ ਤੁਹਾਨੂੰ ਕੋਈ ਏਦਾਂ ਦੇ ਰੋਗ ਲੱਗ ਜਾਂਦੇ ਆ, ਦਰਦ ਏਦਾਂ ਦਾ Like this one who came here with a leg, she don't even know that it was because of the witchcraft attack she's suffering. You know, ਇੱਕ ਔਰਤ ਕਹਿੰਦੇ ਇੱਥੇ ਆਈ ਸੀ, ਉਹ ਭੈਣ ਆਈ ਸੀਗੀ, ਮਤਲਬ ਉਹ ਡਿੱਗ ਗਈ ਸੀਗੀ, ਪਰ ਉਹ ਮਤਲਬ ਇਦਾਂ ਹੀ ਨਹੀਂ ਸੀ ਟਿੱਕੀ, ਇਦਾਂ ਹੀ ਨਹੀਂ ਸੀ, ਉਹਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ। ਉਹ ਮਤਲਬ ਕਿਸ ਕੋਈ ਜਾਦੂ ਟੂਣਾ ਟੱਪਿਆ ਸੀ ਉਹਨੇ, ਇਸ ਕਰਕੇ ਉਹ ਅਟੈਕ ਹੋਇਆ ਸੀ ਉਹਦੇ ਤੇ ਸ਼ੈਤਾਨੀ, ਇਸ ਕਰਕੇ ਉਹਦੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ। dreams of attacks of or regression, chasing snakes, eating of in dream. All these things I have explained already. ਕਹਿੰਦੇ ਜਿੱਦਾਂ ਸੱਪ ਤੁਹਾਡੇ ਪਿੱਛੇ ਪਏ ਆ, ਏਦਾਂ ਦੇ ਸੁਪਨੇ ਆਉਂਦੇ ਆ, ਜਾਂ ਤੁਸੀਂ ਕਿਸੇ ਨਾਲ ਖਾਣਾ ਖਾ ਰਹੇ ਹੋ, ਕਿਸੇ ਨਾਲ ਨੱਚ ਰਹੇ ਹੋ, ਏਦਾਂ ਦੇ ਸੁਪਨੇ ਆਉਂਦੇ ਆ ਤੁਹਾਨੂੰ। Witchcraft aims to neutralize prayer ਜਿਹੜਾ ਜਾਦੂ ਟੂਣਾ ਤੁਹਾਡੀ ਪ੍ਰਾਰਥਨਾ ਨੂੰ ਘਟਾ ਦਿੰਦਾ ਆ, ਜੇ ਤੁਹਾਡੇ ਤੇ ਕੋਈ ਹਮਲਾ ਹੁੰਦਾ ਨਾ, ਤੁਹਾਡੀ ਪ੍ਰਾਰਥਨਾ ਜੀਵਨ ਘਟ ਜਾਂਦਾ ਆ। extinguish spiritual fire ਔਰ ਤੁਹਾਡੀ ਤੁਸੀਂ ਕੀ ਕਰਨਾ ਆ, ਆਤਮਿਕ ਅੱਗ ਨੂੰ ਜਗਾਏ ਰੱਖਣਾ ਆ, and weaken intimacy with God. ਮਤਲਬ ਕਿ ਤੁਹਾਡੀ ਆਤਮਿਕ ਅੱਗ ਪਰਮੇਸ਼ਰ ਦੇ ਲਈ ਖਤਮ ਹੋ ਜਾਂਦੀ, ਪਰਮੇਸ਼ਰ ਨਾਲ ਤੁਹਾਡੀ ਨੇੜਤਾ ਖਤਮ ਹੋ ਜਾਂਦੀ ਆ। But the Bible says ਪਰ ਬਾਈਬਲ 'ਚ ਲਿਖਿਆ ਆ there is no enchantment against Jacob. ਕਿ ਯਾਕੂਬ ਦੇ ਉੱਤੇ ਕੋਈ ਜਾਦੂ ਟੂਣਾ ਨਹੀਂ ਚੱਲਦਾ। ਹਾਲੇਲੂਇਆ। Yes, no divination against Israel. ਇਜ਼ਰਾਈਲ ਦੇ ਉੱਤੇ ਕੋਈ ਜਾਦੂ ਟੂਣਾ ਨਹੀਂ ਚੱਲਦਾ। ਹਾਲੇਲੂਇਆ। So now the question is how to be protected and overcome witchcraft. ਹੁਣ ਪ੍ਰਸ਼ਨ ਇਹ ਆ ਕਿੱਦਾਂ ਜਾਦੂ ਟੂਣੇ ਤੇ ਫਤਿਹ ਪਾਈ ਜਾਵੇ। First point, ਪਹਿਲਾ ਪੁਆਇੰਟ, live in holiness. ਪਵਿੱਤਰਤਾਈ ਚ ਜੀਓ। ਜੇ ਤੁਸੀਂ ਜਾਦੂ ਟੂਣੇ ਤੇ ਫਤਿਹ ਪਾਉਣਾ ਚਾਹੁੰਦੇ ਆ ਨਾ ਕਿ ਤੁਹਾਡੇ ਤੇ ਕੋਈ ਕੀਤਾ ਨਾ, Live in holiness. ਪਵਿੱਤਰਤਾਈ ਚ ਜੀਓ। Every believer ਹਰ ਇੱਕ ਵਿਸ਼ਵਾਸੀ should have a personal altar. ਹਰ ਇੱਕ ਪਰਸਨਲ Altar. Altar. Yeah. Altar. ਓਕੇ, Yeah. ਹਰ ਇੱਕ ਇਨਸਾਨ ਦੀ, ਹਰ ਇੱਕ ਵਿਸ਼ਵਾਸੀ ਦੀ ਇੱਕ ਵਿਅਕਤੀਗਤ ਵੇਦੀ ਹੋਣੀ ਚਾਹੀਦੀ ਆ। What is personal altar? ਔਰ ਵਿਅਕਤੀਗਤ ਵੇਦੀ ਦਾ ਮਤਲਬ ਕੀ ਆ? It is a place of prayer worship. ਕਿ ਤੁਹਾਡੀ ਇੱਕ ਜਗ੍ਹਾ ਹੋਣੀ ਚਾਹੀਦੀ ਆ ਜਿੱਥੇ ਤੁਸੀਂ ਬੈਠ ਕੇ ਪ੍ਰਾਰਥਨਾ ਕਰਦੇ ਹੋ, ਆਰਾਧਨਾ ਕਰਦੇ ਹੋ ਪਰਮੇਸ਼ਰ ਦੀ, And dedication where God is honored. ਔਰ ਤੁਹਾਡੇ ਜੀਵਨ 'ਚ ਇੱਕ ਸਮਰਪਣ ਹੋਣਾ ਚਾਹੀਦਾ ਹੈ ਕਿ ਮੈਂ ਇੱਥੇ ਜਾ ਕੇ ਪਰਮੇਸ਼ਰ ਦਾ ਆਦਰ ਕਰਨਾ ਹੈ। So when you build your house or you are renting house, you have to find a place. Here will be my room for prayer. ਜਦੋਂ ਮਤਲਬ ਤੁਸੀਂ ਆਪਣਾ ਘਰ ਬਣਾਉਂਦੇ ਹੋ ਤੇ ਤੁਸੀਂ ਇੱਕ ਇਹੋ ਜਿਹਾ ਪ੍ਰੇਅਰ ਰੂਮ ਬਣਾਉਣਾ ਆ ਜਿੱਥੇ ਤੁਸੀਂ ਕਹੋ ਕਿ ਇੱਥੇ ਮੈਂ ਪ੍ਰਾਰਥਨਾ ਕਰਨੀ, ਮੈਂ ਇੱਥੇ ਇਕੱਲੇ ਨੇ ਜਾ ਕੇ ਇੱਥੇ ਬਹਿ ਕੇ ਬਾਈਬਲ ਪੜ੍ਹਨੀ, ਪ੍ਰਾਰਥਨਾ ਕਰਨੀ, ਆਰਾਧਨਾ ਕਰਨੀ ਆ। You call your pastor, ਤੁਸੀਂ ਆਪਣੇ ਪਾਸਟਰ ਨੂੰ ਬੁਲਾਓ, Daddy, please come to my house. ਤੁਸੀਂ ਕਹੋ ਡੈਡੀ ਮੇਰੇ ਘਰ ਆਓ, I want this place to be a place for prayer and worship in my house. ਔਰ ਤੁਸੀਂ ਕਹੋ ਆਪਣੇ ਪਾਸਟਰ ਨੂੰ ਕਿ ਡੈਡੀ ਜੀ ਮੈਂ ਇਸ ਜਗ੍ਹਾ ਨੂੰ ਆਤਮਿਕ ਜਗ੍ਹਾ ਮਤਲਬ ਪ੍ਰਾਰਥਨਾ ਆਰਾਧਨਾ ਦੀ ਜਗ੍ਹਾ ਬਣਾਉਣਾ ਚਾਹੁੰਦਾ ਆ। Build an altar of prayer here. ਕਿ ਮਤਲਬ ਪਾਸਟਰ ਜੀ ਮੇਰੇ ਪਿਤਾ ਜੀ ਤੁਸੀਂ ਇੱਥੇ ਇੱਕ ਵੇਦੀ ਬਣਾਓ, ਮੇਰੀ ਪ੍ਰਾਰਥਨਾ ਦੀ ਵੇਦੀ ਬਣਾਓ। So you pray for your house ਔਰ ਉਹ ਤੁਹਾਡੇ ਪਾਸਟਰ ਤੁਹਾਡੇ ਘਰ ਦੇ ਲਈ ਦੁਆ ਕਰਨਗੇ and consecrate this place for the Lord. ਤੇ ਤੁਸੀਂ ਆਪਣੇ ਪਾਸਟਰ ਜੀ ਨੂੰ ਕਹਿਣਾ ਕਿ ਇਹ ਜਗ੍ਹਾ ਨੂੰ ਪ੍ਰਾਰਥਨਾ ਦੇ ਲਈ ਪਵਿੱਤਰ ਕਰੋ। So every day, every morning, every night you go there to pray. ਔਰ ਹਰ ਸਵੇਰ ਹਰ ਸ਼ਾਮ ਤੁਸੀਂ ਜਾਣਾ ਉੱਥੇ ਪ੍ਰਾਰਥਨਾ ਕਰਨ ਦੇ ਲਈ। Hallelujah. ਹਾਲੇਲੂਇਆ। Thirdly, ਤੀਸਰਾ, stand on the blood of Jesus. ਕਿ ਤੁਸੀਂ ਯੀਸ਼ੂ ਮਸੀਹ ਦੇ ਲਹੂ ਦੇ ਨਾਲ ਖੜੇ ਹੋਣਾ ਆ। Stand on the blood of Jesus. ਯੀਸ਼ੂ ਮਸੀਹ ਦੇ ਲਹੂ ਦੇ ਨਾਲ, ਲਹੂ ਦੇ ਉੱਤੇ ਖੜੇ ਹੋਣਾ ਆ। The blood of Jesus ਯੀਸ਼ੂ ਮਸੀਹ ਦਾ ਲਹੂ cancels every demonic record. ਔਰ ਯੀਸ਼ੂ ਮਸੀਹ ਦਾ ਲਹੂ ਹਰ
ਇੱਕ ਸ਼ੈਤਾਨੀ ਭਾਵੇਂ ਕਿੰਨੇ ਵੀ ਪੁਰਾਣਾ ਜਾਦੂ ਟੂਣਾ ਹੋਵੇ ਉਹਨੂੰ ਖਤਮ ਕਰ ਦਿੰਦਾ ਆ। The blood of Jesus, ਯਿਸੂ ਮਸੀਹ ਦਾ ਲਹੂ you know, we were talking about yesterday. Yes. The blood of Jesus ਯਿਸੂ ਮਸੀਹ ਦਾ ਲਹੂ cancels every accusation. ਹਰ ਇੱਕ ਤੁਹਾਡੇ ਉੱਤੇ ਲੱਗੇ ਹੋਏ ਇਲਜ਼ਾਮ ਨੂੰ ਯਿਸੂ ਮਸੀਹ ਦਾ ਲਹੂ ਖਤਮ ਕਰਦਾ ਆ। Hallelujah. ਹਾਲੇਲੂਇਆ। So stand on the blood of Jesus. ਯਿਸੂ ਮਸੀਹ ਦੇ ਲਹੂ ਤੇ ਖੜੇ ਹੋਣਾ ਆ, ਕਿਉਂਕਿ ਕੱਲ ਮੈਂ ਇਹਨਾਂ ਨਾਲ ਗੱਲ ਕਰ ਰਹੀ ਸੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਬਾਰੇ ਕਿ ਕਿੱਦਾਂ ਪ੍ਰਭੂ ਯਿਸੂ ਮਸੀਹ ਦੇ ਲਹੂ I'm just telling you. Yes, yes. ਅਸੀਂ ਕੱਲ ਗੱਲਾਂ ਕਰ ਰਹੇ ਸੀ ਕਿ ਕਿੱਦਾਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਉੱਤੇ ਪ੍ਰਭੂ ਨੇ ਮੈਨੂੰ ਪ੍ਰਕਾਸ਼ਨ ਦਿੱਤਾ ਸੀ ਕਿ ਯਿਸੂ ਮਸੀਹ ਦੇ ਲਹੂ ਨਾਲ ਜਦੋਂ ਅਸੀਂ ਖੜੇ ਹੁੰਦੇ ਆ ਨਾ, ਕੋਈ ਵੀ ਸ਼ੈਤਾਨੀ ਤਾਕਤ ਸਾਡੇ ਅੱਗੇ ਖੜੇ ਨਹੀਂ ਹੋ ਸਕਦੀ, ਕੋਈ ਜਾਦੂ ਟੂਣਾ ਕੋਈ ਸਾਡੇ ਵਿਰੋਧ ਵਿੱਚ ਵੀ ਨਹੀਂ ਖੜੇ ਹੋ ਸਕਦਾ। Hallelujah. ਹਾਲੇਲੂਇਆ। Fourth, ਚੌਥੀ declare the word of God. और चौथी गाना परमेश्वर के वचन को बोलना ऐलान करना होगा। This is why I gave you bullet. I gave you bullet before we start. ऐसे करके मैं ਤੁਹਾਨੂੰ ਗੱਲ ਚ ਜਿੱਦਾਂ ਬੰਦੂਕ ਚ ਗੋਲੀਆਂ ਮੈਂ ਤੁਹਾਨੂੰ ਵਚਨ ਦੀਆਂ ਗੋਲੀਆਂ The ਦਿੱਤੀਆਂ। word is your spiritual sword. और ਜਿਹੜਾ ਵਚਨ ਆ ਪਰਮੇਸ਼ਵਰ ਦਾ ਵਚਨ ਉਹ ਤੁਹਾਡੀ ਆਤਮਿਕ ਤਲਵਾਰ ਹੈ। The word of God overrules the decrees of darkness. और परमेश्वर ਦਾ ਵਚਨ ਜਿਹੜਾ ਆ ਅੰਧਕਾਰ ਦੇ ਕੀਤੇ ਹੋਏ ਜੋ ਤੁਹਾਡੇ ਵਿਰੋਧ ਚ ਅੰਧਕਾਰ ਨੇ ਤੁਹਾਡੇ ਲਈ ਕੁਝ ਕੀਤਾ ਹੁੰਦਾ ਉਹਨੂੰ ਖਤਮ ਕਰ ਦਿੰਦਾ ਹੈ। Stand, declare the word of God. और किया परमेश्वर के वचन ਨੂੰ ऐलान करना बोलना। Now to finish, खत्म करने के लिए how you can overcome and be protected of our witchcraft. Walk in communion with the Holy Spirit. कि तुसी पवित्र आत्मा की संगति च चलना, पवित्र आत्मा के नाल दोस्ती च चलना। Please, this church is spiritual church. You know, before I pray, Lord Daniel even stood up and pray. I saw the Holy Spirit over this place. और देखो ਜਦੋਂ मैं ਇੱਥੇ ਖੜਾ ਹੀ ਹੋਇਆ ਸੀ ਆ ਕੇ ਮੈਨੂੰ ਪਤਾ ਇਹ ਆਤਮਿਕ ਪਵਿੱਤਰ ਆਤਮਾ ਦੀ ਜਗ੍ਹਾ ਆ, ਮਤਲਬ ਤੁਸੀਂ ਪਵਿੱਤਰ ਆਤਮਾ ਦੀ ਸੰਗਤੀ 'ਚ ਚੱਲਣਾ ਆ। So you must walk in communion with the Holy Spirit. ਤੁਸੀਂ ਪਵਿੱਤਰ ਆਤਮਾ ਦੀ ਸੰਗਤੀ 'ਚ ਚੱਲਣਾ ਆ। The fire of the Holy Spirit consumes every strange altar. और परमेश्वर दी दोना पवित्र आत्मा दी जेड़ी आज्ञा ओ हर एक शैतानी बेटी नु जला दिंदी आ। Amen. आमीन Amen. आमीन Amen. आमीन। Now stand up हुन खड़े हो जाओ everywhere you are. जिथे भी हो खड़े हो जाओ। Lift up your hand, your right hand. अपने सज्जे हाथ ਨੂੰ इतना चको, सब अपना सज्जा हाथ उठाओ। You know, I know what I'm talking ਮੈਨੂੰ ਪਤਾ about. मैं की कह रहा मैं की प्रचार कर रहा ਮੈਨੂੰ पता है। But today, और आज oh, I'm telling you, मैं ਤੁਹਾਨੂੰ ਕਹਿ ਰਿਹਾ ਆ, I'm telling you. मैं ਤੁਹਾਨੂੰ ਕਹਿ ਰਿਹਾ ਆ। So we will declare the word of God. ਅਸੀਂ ਪਰਮੇਸ਼ਵਰ ਦਾ ਵਚਨ ਬੋਲਾਂਗੇ, ਦਾਵਾ ਕਰਾਂਗੇ। And I will give you 5 minutes और मैं ਤੁਹਾਨੂੰ after this declaration to pray. ਜਦੋਂ ਅਸੀਂ ਇਹ ਪ੍ਰਾਰਥਨਾ ਕਰ ਲਈ ਉਹਦੇ ਤੋਂ ਬਾਅਦ ਅਸੀਂ ਕੀ ਆ ਮੈਂ ਤੁਹਾਨੂੰ ਉਹਨੇ 5 ਮਿੰਟ ਦਵਾਂਗਾ ਤੁਸੀਂ ਪ੍ਰਾਰਥਨਾ ਕਰਨੀ ਆ। I want the whole church to be ready. ਮੈਂ ਚਾਹੁੰਦਾ ਸਾਰੀ ਕਲੀਸਿਆ ਤਿਆਰ ਹੋਵੇ। I feel strong anointing. मैं परमेश्वर के पवित्र आत्मा की ਵੱਡੀ बहुत अभिषेक ਨੂੰ ਬਹੁਤ ਸਾਮਰਥੀ अभिषेक ਨੂੰ महसूस कर रहा है। So I want you to declare the word with me. मैं चाहता ਤੁਸੀਂ ਮੇਰੇ ਨਾਲ ਵਚਨ ਬੋਲਣਾ ਹੈ ਨਾ ਪਿੱਛੇ ਪਿੱਛੇ ਬੋਲਣਾ ਹੈ। Say after me. मेरे पीछे पीछे बोलना है। I declare मैं ऐलान करता हूँ that every occult altar कोई भी जो झूठी बेटी raised against me, जो मेरे विरोध में खड़ी हो गया, raised against my family, मेरे परिवार के विरोध में जो भी खड़ी है,
altar हर एक झूठी बेटी raised against my destiny जो मेरी मंजिल के विरोध च खड़ी आ is consumed by the fire of the Holy Spirit. ओ पवित्र आत्मा की आग के नाल नष्ट हो गई आ The blood of Jesus यीशु मसीह का लहू speak for me मेरे लिए गल्ला करता है in the earthly realms. स्वर्गीय स्थानां च यीशु मसीह का लहू मेरे लिए गल्ला करता है Every covenant हर एक झूठी वाचा and demonic pact is broken. और शैतानी प्रभाव खत्म हो गया है All agents of witchcraft और जिन्हें भी जादू टोने के एजेंट flee before the light of Christ in me. और यीशु मसीह के चानन के द्वारा मेरे को भज गया I am living altar. मैं यीशु मसीह की जिंदा व्यक्ति Burning for God in my generation. और मैं अपनी पीढ़ी में यीशु मसीह के लिए जानता रहांगा यीशु मसीह के लिए जानता रहांगा Where I stand, जिथे मैं खड़ा होवांगा darkness retreats. और अंधेरा भज जाएगा Where I speak, जिथे मैं बोलांगा divine decrees are established. और ईश्वरीय दावे ओपे पूरे हो जाएंगे I am covered by the blood of the Lamb. और मैं यीशु मसीह के लहू के नाल ढकिया होया I am untouchable. और मैनू कोई छू नहीं सकता I am unbreakable. मैं टूट नहीं सकता And the fire of God in me will never be quenched. और पवित्र आत्मा की आग मेरे अंदर कभी नहीं बुझेगी In the name of Jesus. यीशु मसीह के नाम च In the name of Jesus. यीशु मसीह के नाम च Now listen to me. मैनू सुनो When because you have the blood, you have the fire in you. So now we will pray and break every kind of power of the witchcraft in this place. और ਹੁਣ ਯੀਸ਼ੂ ਮਸੀਹ ਦਾ ਲਹੂ ਤੁਹਾਡੇ ਕੋਲ ਪਵਿੱਤਰ ਆਤਮਾ ਦੀ ਅੱਗ ਤੁਹਾਡੇ ਕੋਲ ਹੈ ਤੁਹਾਡੇ ਅੰਦਰ ਹੈ ਹੁਣ ਉਸ ਯੀਸ਼ੂ ਦੇ ਲਹੂ ਦੀ ਸਾਮਰਥ ਨਾਲ ਤੇ ਪਵਿੱਤਰ ਆਤਮਾ ਦੀ ਅੱਗ ਨਾਲ ਅਸੀਂ ਸਾਰੇ ਸ਼ੈਤਾਨੀ ਵੇਟੀਆਂ ਨੂੰ ਤੋੜਾਂਗੇ So I want you to be strong in prayer. ਹੁਣ ਪਿੱਛੇ ਨਹੀਂ ਬੋਲਣਾ ਧਿਆਨ ਨਾਲ ਸੁਣੋ ਤੁਸੀਂ ਹੁਣ ਪ੍ਰਾਰਥਨਾ 'ਚ ਮਜ਼ਬੂਤ ਬਣਨਾ ਆ Now ਹੁਣ we will stand against spiritual blockage. ਅਸੀਂ ਆਤਮਿਕ ਜਿਹੜੇ ਰੁਕਾਵਟਾਂ ਦੇ ਵਿਰੋਧ 'ਚ ਖੜੇ ਹੋਣਾ ਆ We will stand against spiritual attacks. ਅਸੀਂ ਜੋ ਆਤਮਿਕ ਹਮਲੇ ਸਾਡੇ ਉੱਤੇ ਹੁੰਦੇ ਉਹਦੇ ਵਿਰੋਧ 'ਚ ਖੜੇ ਹੋਣਾ ਆ Every sickness, ਕੋਈ ਵੀ ਜੋ ਬਿਮਾਰੀ ਆ every confusion, ਕੋਈ ਵੀ ਜੋ ਉਲਝਣ ਆ every barrenness, ਕੋਈ ਵੀ ਜੋ ਬਾਂਝਪਨ ਆ every repeated failures. ਜੋ ਵੀ ਬਾਰ-ਬਾਰ ਤੁਸੀਂ ਅਸਫਲ ਹੋ ਜਾਂਦੇ This ਹੋ morning, ਅੱਜ ਸਵੇਰ in the name of Jesus, ਯੀਸ਼ੂ ਮਸੀਹ ਦੇ ਨਾਮ as we are lift up our voice ਤਾਂ ਅਸੀਂ ਆਪਣੀ ਆਵਾਜ਼ ਨੂੰ ਉਠਾਉਂਦੇ ਹਾਂ and pray, ਤਾਂ ਅਸੀਂ ਪ੍ਰਾਰਥਨਾ ਕਰਦੇ we ਹਾਂ pray ਅਸੀਂ ਤੋੜਦੇ ਹਾਂ every spiritual attacks. ਹਰ ਇੱਕ ਹਮਲੇ ਨੂੰ ਆਤਮਿਕ ਹਮਲੇ ਨੂੰ ਅਸੀਂ ਤੋੜਦੇ You ਹਾਂ have your way and start to pray. Let them pray now. They should pray. Let them pray for 5 minutes. They shall lift up their voice and pray. Every
5 ਮਿੰਟ ਲਈ ਚਾਹ